You are listening to the online streaming service from Emmanuel Church, Handsworth, Birmingham, UK. ਓਕੇ ਆਓ ਅਸੀਂ ਇਹ ਮੀਟਿੰਗ ਜੋ ਸ਼ੁਰੂ ਹੋ ਰਹੀ ਹੈ ਮੈਨੂਅਲ ਚਰਚ ਹੈਂਡਸ ਦੇ ਵਿੱਚੋਂ ਆਨਲਾਈਨ ਇਹਦੇ ਵਿੱਚ ਜੋ ਵੀ ਆ ਰਹੇ ਆ ਮੈਂਬਰ ਜੋ ਚਰਚ ਦੇ ਆ ਕੋਈ ਭੈਣ ਭਾਈ ਜਾਂ ਕੋਈ ਪਹਿਲੀ ਵਾਰੀ ਜਾਂ ਕੋਈ ਦੂਰ ਜਗ੍ਹਾ ਤੋਂ ਇੱਥੇ ਸ਼ਾਮਲ ਹੋ ਰਿਹਾ ਅਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਹੁਤ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਔਰ ਇਹ ਪ੍ਰਭੂ ਦੇ ਪ੍ਰਾਰਥਨਾ ਕਿ ਇਸ ਸਮੇਂ 'ਚ ਬਹੁਤ ਸਾਰੇ ਸਾਨੂੰ ਸਾਰਿਆਂ ਨੂੰ ਪ੍ਰਭੂ ਬਰਕਤ ਦੇਵੇ। ਇੱਕ ਐਤ ਪ੍ਰਭੂ ਦੇ ਬਚਨਾਂ 'ਚੋਂ ਪੜ੍ਹਦੇ ਹਾਂ ਜ਼ਬੂਰ 122 ਉਹਦੀ ਪਹਿਲੀ ਐਤ ਔਰ ਇੱਥੇ ਦਾਊਦ ਬਾਦਸ਼ਾਹ ਲਿਖਦਾ ਆ, ਮੈਂ ਖੁਸ਼ ਹੋਇਆ ਉਹ ਮੈਨੂੰ ਆਖਣ ਲੱਗੇ ਬਈ ਯਹੋਵਾ ਦੇ ਘਰ ਨੂੰ ਚੱਲੀਏ। ਪੰਜਾਬੀ ਦਾ ਜ਼ਬੂਰ ਅਸੀਂ ਆਮ ਤੌਰ 'ਤੇ ਗਾਉਂਦੇ ਵੀ ਹੁੰਦੇ ਹਾਂ ਕਿ ਕਿੰਨੀ ਇੱਕ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਆ ਕਿ ਜਦੋਂ ਅਸੀਂ ਇੱਕ ਦੂਸਰੇ ਨੂੰ ਕਹਿਣ ਵਾਲੇ ਹੋਈਏ ਕਿ ਹਾਂ ਜੇ ਖਾਸ ਕਰਕੇ ਇੱਕ ਘਰ ਵਿੱਚ ਪਤੀ ਪਤਨੀ ਆ ਅਤੇ ਜਾਂ ਕੋਈ ਹੋਰ ਭੈਣ ਭਾਈ ਅਸੀਂ ਇੱਕ ਦੂਸਰੇ ਨੂੰ ਜਦੋਂ ਕਹਿੰਦੇ ਆ ਅਤੇ ਖੁਸ਼ੀ ਦੇ ਨਾਲ ਅਸੀਂ ਤਿਆਰ ਹੋਈਏ ਪ੍ਰਭੂ ਦੇ ਘਰ ਵਿੱਚ ਜਾਣ ਦੇ ਵਾਸਤੇ। ਇਹ ਦਾਊਦ ਬਾਦਸ਼ਾਹ 'ਤੇ ਲਿਖਦਾ ਆ ਕਿਉਂਕਿ ਜਿਹੜੇ ਜ਼ਬੂਰ ਆ ਉਹ 120 ਤੋਂ ਲੈ ਕੇ 134 ਤੋਂ ਉਹ ਸਫ਼ਰ ਦੇ ਯਾਤਰਾ ਦੇ ਗੀਤ ਹੈਗੇ ਆ ਜਦੋਂ ਇਜ਼ਰਾਈਲੀ ਲੋਕ ਜਰੂਸਲਮ ਵਿੱਚ ਇਕੱਠੇ ਹੁੰਦੇ ਸੀਗੇ। ਕਿਉਂਕਿ ਵਿਵਸਥਾ ਸਾਜ ਜਿਹੜੀ 16 ਦੀ 16 ਐਤ ਵਿੱਚ ਆਪਾਂ ਇਹ ਦੇਖਦੇ ਹਾਂ ਕਿ 3 ਤਿਉਹਾਰ ਜਿਹੜੇ ਸੀਗੇ ਉਹ ਪਰਮੇਸ਼ਰ ਵੱਲੋਂ ਲੋਕਾਂ ਦੇ ਵਾਸਤੇ ਠਹਿਰਾਏ ਵੀ ਤੁਸੀਂ ਉੱਥੇ ਜਾਣਾ ਇਕੱਠੇ ਹੋਣਾ ਔਰ ਉਹਦੇ ਵਿੱਚ ਉਹ ਸ਼ਾਮਲ ਹੁੰਦੇ ਸੀਗੇ। ਔਰ ਜਿਹੜੀ ਨਵੇਂ ਨੇਮ ਵਿੱਚ ਵੀ ਅਸੀਂ ਦੇਖੀਏ ਉੱਥੇ ਵੀ ਸਾਨੂੰ ਇਹ ਸਲਾਹ ਦਿੱਤੀ ਗਈ ਆ ਕਿ ਜਿਹੜੇ ਰਸੂਲਾਂ ਦੇ ਕਿਤਾਬ 2:42 ਦੇ ਵਿੱਚ ਕਿ ਅਸੀਂ ਇਕੱਠੇ ਹੋਣਾ ਨਾ ਛੱਡੀਏ। ਜੋ ਪ੍ਰਭੂ ਨੇ ਸਾਨੂੰ ਇਹ ਆਦਰ ਬਖਸ਼ਿਆ ਉਹਦੇ ਵਿੱਚ ਇਹਨਾਂ ਦਿਨਾਂ 'ਚ ਖਾਸ ਕਰਕੇ ਬਾਰ-ਬਾਰ ਹੁਣ ਇਹ ਆਪਾਂ ਇੱਕ ਦੂਸਰੇ ਨੂੰ ਕਹਿੰਦੇ ਆ ਕਿ ਜੋ ਕੰਮ ਪਹਿਲਾਂ ਸੀਗਾ YouTube 'ਤੇ ਆਨਲਾਈਨ ਦਾ ਉਹ ਇੱਕ ਸਮੇਂ ਵਾਸਤੇ ਸੀਗਾ, ਹੁਣ ਦੁਬਾਰਾ ਅਸੀਂ ਜੋ ਪ੍ਰਭੂ ਦੇ ਘਰ ਵਿੱਚ ਇਕੱਠੇ ਹੋਣ ਵਾਲੇ ਹੋਈਏ ਔਰ ਇੱਕ ਦੂਸਰੇ ਨੂੰ ਹੌਸਲਾ ਦੇਣੇ। ਔਰ ਦੂਸਰੀ ਗੱਲ ਕਿ ਅਸੀਂ ਟਾਈਮ ਸਿਰ ਆਉਣਾ ਸਿੱਖ ਲਈਏ। ਇਹ ਜਿਹੜੀ ਇੱਕ ਨਵੀਂ ਆਦਤ ਜਿਹੜੀ ਆ ਉਹ ਪਾ ਲਈਏ। ਕਈ ਵਾਰੀ ਸ਼ਾਮ ਨੂੰ 5 ਵਜੇ ਦਾ ਸਮਾਂ ਹੁੰਦਾ ਆ, ਜਦੋਂ ਪਹਿਲਾਂ 6:15 ਵਜੇ ਆਉਂਦੇ ਸੀ ਲੋਕ, ਉਹ ਹਾਲੇ ਵੀ 15 ਮਿੰਟ ਲੇਟ ਹੀ ਆਉਂਦੇ ਆ ਕਿ ਉਹ ਵੀ ਜਿਹੜਾ 5:15 ਸ਼ਾਮ ਨੂੰ ਪਹੁੰਚਦੇ ਆ। ਸੋ ਮਿਹਰਬਾਨੀ ਕਰਕੇ ਇਹ ਆਦਤਾਂ ਜਿਹੜੀਆਂ ਹੁਣ ਆਪਣੀਆਂ ਚੇਂਜ ਕਰੀਏ, ਇੱਕ ਦੂਸਰੇ ਨੂੰ ਹੌਸਲਾ ਦਈਏ ਔਰ ਇਹ ਦੋਨਾਂ ਦੇ ਵਾਸਤੇ ਆ। ਕਈ ਵਾਰੀ ਭੈਣਾਂ ਲੇਟ ਕਰ ਲੈਂਦੀਆਂ ਬੰਦਿਆਂ ਨੂੰ, ਕਈ ਵਾਰੀ ਭਰਾ ਲੇਟ ਕਰ ਲੈਂਦੇ ਆ ਭੈਣਾਂ ਨੂੰ। ਸੋ ਇੱਕ ਦੂਸਰੇ ਨੂੰ ਅਸੀਂ ਹੌਸਲਾ ਦੇਣੇ। ਜੇ ਮੈਂ ਤੈਨੂੰ 2 ਗੱਲਾਂ ਦੱਸਾਂ ਕਿ ਕੁਝ ਸਾਲ ਪਹਿਲਾਂ ਦੀ ਗੱਲ ਹੈ, ਇੱਕ ਭੈਣ ਕਹਿੰਦੀ ਇੱਕ ਕਿ ਮੈਂ ਕਈ ਵਾਰੀ ਰੈਡੀ ਹੋ ਕੇ ਕਾਰ 'ਤੇ ਬੈਠੀ ਹੁੰਦੀ, ਮੇਰਾ ਹਸਬੈਂਡ ਅੰਦਰ ਹੁੰਦਾ ਆ ਅਤੇ ਮੈਂ ਕਿਹਾ ਸਿਸਟਰ ਇਹ ਤਾਂ ਗੱਲ ਮੰਨਣ ਨੂੰ ਔਖੀ ਆ ਪਰ ਇਹ ਸੱਚੀ ਗੱਲ ਆ, ਜੇ ਕਹਾਂ ਤਾਂ ਮੈਂ ਤੈਨੂੰ ਭੈਣ ਨਾਲ ਗੱਲ ਵੀ ਕਰਾ ਦੂੰਗਾ। ਅਤੇ ਦੂਸਰੇ ਪਾਸੇ ਇੱਕ ਭਾਈ ਮੈਨੂੰ ਦੱਸਦਾ ਥੋੜ੍ਹੇ ਹਫ਼ਤਿਆਂ ਦੀ ਗੱਲ ਆ ਕਿ ਉਹਦੀ ਵਾਈਫ ਪਹਿਲਾਂ ਪ੍ਰਭੂ ਦੇ ਵਿੱਚ ਆਈ ਅਤੇ ਉਹ ਨਵਾਂ ਆਉਣਾ ਪ੍ਰਭੂ ਦੇ ਘਰ ਵਿੱਚ ਸ਼ੁਰੂ ਹੋਇਆ ਅਤੇ ਉਹਨੇ ਆਪਣੀ ਵਾਈਫ ਨੂੰ ਕਹਿਣਾ ਹਾਂ ਟਾਈਮ ਹੋ ਗਿਆ ਚੱਲੀਏ। ਅਤੇ ਕਿਉਂਕਿ ਉਹ ਪਹਿਲਾਂ ਆਉਂਦੀ ਸੀ, ਵਿਸ਼ਵਾਸੀ ਸੀ ਭੈਣ, ਬਜਾਏ ਕਿ ਉਹਨੂੰ ਚੰਗੀ ਆਦਤ ਪਾਉਣ ਦੇ ਉਹਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਹਾਲੇ ਗਾਣੇ ਗਾਉਂਦੇ ਹੋਣੇ ਆ, ਕੋਈ ਇੰਨਾ ਜ਼ਰੂਰੀ ਨਹੀਂ ਹੈ। ਪਰ ਹੁਣ ਪ੍ਰਭੂ ਦਾ ਸ਼ੁਕਰ ਹੈ ਕਿ ਦੋਨੇ ਬੜੇ ਟਾਈਮ ਸਿਰ ਆਉਂਦੇ ਆ ਅਤੇ ਉਹਨਾਂ ਨੂੰ ਪਤਾ ਆ ਕਿ ਜਿਹੜੇ ਗਾਣੇ ਗਾਉਣੇ ਆ ਉਹ ਵੀ ਸਰਵਿਸ ਦਾ, ਉਹ ਵੀ ਪ੍ਰਭੂ ਦੀ ਉਪਾਸਨਾ ਦਾ ਹਿੱਸਾ ਆ। ਸੋ ਮਿਹਰਬਾਨੀ ਕਰਕੇ ਆਉਣਾ ਸਿੱਖੀਏ ਟਾਈਮ ਸਿਰ ਔਰ ਜਿਹੜੀ ਆ ਐਤਵਾਰ ਨੂੰ ਆ ਉਹ ਅਸੀਂ ਇੱਥੇ ਅਟੈਂਡ ਕਰੀਏ। ਜੇ ਵੀਕਡੇ ਵਿੱਚ ਅਸੀਂ ਕੋਈ YouTube 'ਤੇ ਕੋਈ ਸਰਮਨ ਸੁਣਨਾ ਆ ਉਹ ਕੋਈ ਗਲਤ ਨਹੀਂ ਹੈਗਾ, ਕਿਸੇ ਅੱਛੇ ਪ੍ਰਚਾਰਕ ਦਾ ਅਸੀਂ ਸਾਰੇ ਸੁਣਦੇ ਹੀ ਹਾਂ ਘਰ ਬੈਠੇ ਵੀਕਡੇ ਦੇ ਵਿੱਚ। ਸੋ ਮਿਹਰਬਾਨੀ ਕਰਕੇ ਅਸੀਂ ਇਹ ਐਤਵਾਰ ਨੂੰ ਆਉਣਾ ਜਿਹੜਾ ਪ੍ਰਭੂ ਦੇ ਖੁਸ਼ੀ ਦੇ ਨਾਲ, ਜਿਸ ਤਰ੍ਹਾਂ ਦਾਊਦ ਬਾਦਸ਼ਾਹ ਕਹਿੰਦਾ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ। ਸੋ ਅਸੀਂ ਇਹ ਗੱਲਾਂ ਯਾਦ ਰੱਖਦੇ ਹੋਏ ਪ੍ਰਭੂ ਦੀ ਮਹਿਮਾ ਦੇ ਵਾਸਤੇ ਪਹਿਲਾ ਜਿਹੜਾ ਗੀਤ ਆ ਸਕਰੀਨ 'ਤੇ ਆਊਗਾ, ਉਹਦੇ ਵਿੱਚ ਅਸੀਂ ਰਲ ਕੇ ਸਾਰੇ ਸ਼ਾਮਲ ਹੋਵਾਂਗੇ। ਤੁਸੀਂ ਗਾਵੋ ਸਨਾ, ਗਾਵੋ ਸਨਾ ਤੁਸੀਂ ਰੱਬ ਦੀ, ਤੁਸੀਂ ਗਾਵੋ ਸਨਾ ਸੱਚਾ
ਸਿਤਾਰਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ ਸਨਾ ਸੁਣਾਵਾਂ ਮੈਂ ਰੱਬ ਦੀ ਤੁਸੀਂ ਗਾਵੋ ਸਨਾ ਕੰਮ ਖੁਦਾ ਦੇ ਹੱਥ ਹਨ ਵਡੇਰੇ ਕੁਦਰਤ ਉਹਦੀ ਸਾਫ ਲੱਭਦੀ ਤੁਸੀਂ ਗਾਵੋ ਸਨਾ ਕੰਮ ਉਹਦੀਆਂ ਹੱਥਾਂ ਦੇ ਸਭੋ ਜਲਾਲੇ ਉਹਦੀ ਸੱਚਾਈ ਹੈ ਅਬਦੀ ਤੁਸੀਂ ਗਾਵੋ ਸਨਾ ਰੱਬ ਨੇ ਅਜਾਇਬ ਕੰਮ ਜੋ ਕੀਤੇ ਯਾਦਗਿਰੀ ਰੱਖੀ ਸਭ ਦੀ ਤੁਸੀਂ ਗਾਵੋ ਸਨਾ ਪਾਕ ਯਹੋਵਾ ਅਤ ਮਿਹਰਬਾਨ ਹੈ ਰਹਿਮਤ ਬੇਹੱਦ ਰੱਬ ਦੀ ਤੁਸੀਂ ਗਾਵੋ ਸਨਾ ਰੋਜ਼ ਪਾਂਦੇ ਭੁੱਖੇ ਨਾ ਰਹਿੰਦੇ ਆਸ ਜਿਨ੍ਹਾਂ ਨੂੰ ਹੈ ਰੱਬ ਦੀ ਤੁਸੀਂ ਗਾਵੋ ਸਨਾ ਜੋ ਕੁਝ ਰੱਬ ਨੇ ਅਹਿਦ ਹੈ ਕੀਤਾ ਯਾਦ ਹੋ ਰੱਖਦਾ ਹੈ ਅਬਦੀ ਤੁਸੀਂ ਗਾਵੋ ਸਨਾ ਗਾਵੋ ਸਨਾ ਤੁਸੀਂ ਰੱਬ ਦੀ ਤੁਸੀਂ ਗਾਵੋ ਸਨਾ ਆਓ ਅਸੀਂ ਹੁਣ ਪ੍ਰਭੂ ਦੇ ਅੱਗੇ ਪ੍ਰਾਰਥਨਾ ਚਾਹੀਏ। ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਪ੍ਰਭੂ ਤੁਸੀਂ ਜਿਸ ਇਨਸਾਨ ਨੂੰ ਨਵਾਂ ਆਤਮਿਕ ਤੌਰ 'ਤੇ ਜੀਵਨ ਦਿੰਦੇ ਆ ਉਹਨੂੰ ਇਹ ਖੁਸ਼ੀ ਦਿੰਦੇ ਆ ਕਿ ਸੱਚਮੁੱਚ ਇਨਸਾਨ ਦੇ ਵਾਸਤੇ ਭਲਾ ਆ ਤੁਹਾਡੇ ਘਰ ਹਜ਼ੂਰ ਆ ਕੇ ਪ੍ਰਭੂ ਜੀ ਉਪਾਸਨਾ ਵਿੱਚ ਇਕੱਠੇ ਹੋਣਾ ਤੁਹਾਡੀ ਹਮਦੋ ਤਾਰੀਫ ਕਰਨਾ ਕਿਉਂਕਿ ਤੁਸੀਂ ਸਾਨੂੰ ਰੋਜ਼ਾਨਾ ਜ਼ਿੰਦਗੀ 'ਚ ਪ੍ਰਭੂ ਜੀ ਮਾਫੀ ਦੇ ਕੇ ਆਪਣੀ ਉਪਾਸਨਾ ਵਾਸਤੇ ਤਿਆਰ ਕਰਦੇ ਆ ਪ੍ਰਭੂ ਜੀ ਇਹਨਾਂ ਮਾਣ ਇਸ ਇੱਜ਼ਤ ਦਾ ਪ੍ਰਭੂ ਜੀ ਸ਼ੁਕਰ ਕਰਦੇ ਹਾਂ ਜੋ ਇਸ ਵੇਲੇ ਸਾਡੀਆਂ ਬੇਨਤੀਆਂ ਅਰਜ਼ੋਈਆਂ ਔਰ ਜੋ ਦੁਨੀਆ ਦੀ ਹਾਲਤ ਆ ਕੋਵਿਡ ਕੇਸਿਸ ਪ੍ਰਭੂ ਜੀ ਖਾਸ ਕਰ ਇੰਡੀਆ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਹੋਰ ਕਈ ਹੈਗੇ ਆ ਜਿੱਥੇ ਨੰਬਰ ਹਾਲੇ ਬਹੁਤ ਹਾਈ ਹੋ ਰਹੇ ਆ ਪ੍ਰਭੂ ਜੀ ਉਹਨਾਂ ਨੂੰ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ ਔਰ ਸਭ ਤੋਂ ਵੱਡੀ ਗੱਲ ਕਿ ਪ੍ਰਭੂ ਜੀ ਤੁਹਾਡੀ ਆਵਾਜ਼ ਜੋ ਤੁਸੀਂ ਨੋਆ ਦੇ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਸੀਗੇ ਕਿ ਤੌਬਾ ਕਰਨ ਤੁਹਾਡੇ ਵੱਲ ਮੁੜਨ ਪ੍ਰਭੂ ਜੀ ਇਸ ਸਮੇਂ ਵੀ ਤੁਹਾਡੀ ਆਵਾਜ਼ ਨੂੰ ਸੁਣਨ ਔਰ ਬਹੁਤ ਸਾਰੇ ਲੋਕ ਪ੍ਰਭੂ ਜੀ ਇਸ ਸਮੇਂ ਤੁਹਾਡੇ ਵੱਲ ਦੇਖਣ ਔਰ ਆਤਮਿਕ ਤੌਰ 'ਤੇ ਆਪਣਾ ਇੰਤਜ਼ਾਮ ਕਰਨ ਔਰ ਨਾਲ ਪ੍ਰਭੂ ਜੀ ਤੁਸੀਂ ਜੋ ਇਹ ਡੈਥ ਰੇਟਸ ਆ ਜੋ ਕੇਸਿਸ ਆ ਉਹਨਾਂ ਵਿੱਚ ਵੀ ਤੁਸੀਂ ਆਪਣੀ ਦਇਆ ਪ੍ਰਭੂ ਜੀ ਹਰ ਇੱਕ ਮੁਲਕ ਵਿੱਚ ਔਰ ਇਸ ਇੰਗਲੈਂਡ ਦੇ ਵਿੱਚ ਜੋ ਨੰਬਰ ਬਹੁਤ ਲੋਅ ਹੋਏ ਆ ਔਰ ਇਸ ਵੇਲੇ ਟੀਕੇ ਵੀ ਲੱਗੇ ਆ ਪ੍ਰਭੂ ਜੀ ਕਿੰਨੀ ਇੱਥੇ ਤੁਹਾਡੀ ਦਇਆ ਇਸ ਮੁਲਕ ਦੇ ਵਿੱਚ ਤੁਹਾਡਾ ਪ੍ਰਭੂ ਜੀ ਸ਼ੁਕਰਗੁਜ਼ਾਰੀ ਇਹ ਮੁਲਕ ਕਰੇ ਔਰ ਤੁਹਾਡੀ ਫਿਰ ਦੁਬਾਰਾ ਇਸ ਮੁਲਕ ਵਿੱਚ ਬਹੁਤ ਸਾਰੇ ਮੰਡਲੀਆਂ ਵਿੱਚ ਰਲ ਕੇ ਪ੍ਰਭੂ ਜੀ ਭੈਣ ਭਾਈ ਉਪਾਸਨਾ ਕਰਨ ਵਾਲੇ ਹੋਣ ਜੋ ਬਾਕੀ ਭਾਈ ਅਤਲਹੁਣ ਦੀ ਮਮ ਜੋ ਇਸ ਵੇਲੇ ਸਿੰਪਟਮ ਦਿਸ ਰਿਹਾ ਪ੍ਰਭੂ ਜੀ ਤੁਸੀਂ ਉਹਨੂੰ ਚੰਗੀ ਸਿਹਤ ਦੇਣੀ ਔਰ ਇਹ ਕਿ ਜੋ ਕੋਵਿਡ ਆ ਉਹ ਨਾ ਨਿਕਲੇ ਪ੍ਰਿਆ ਦੀ ਸਿਸਟਰ ਲੋ ਅੰਜਲੀ ਜੋ ਇਸ ਵੇਲੇ ਹਸਪੀਟਲ ਸੁਣਿਆ ਉਹਦੇ ਵਾਸਤੇ ਡੋਨਾ ਥੋਮਸ ਉਹ ਵੀ ਪੋਜ਼ੀਟਿਵ ਪਾਈ ਗਈ ਆ ਭੈਣ ਬਲਵੀਰ ਦਾ ਤੁਹਾਡਾ ਸ਼ੁਕਰ ਕਰਦੇ ਹਾਂ ਕਿ ਪਹਿਲਾਂ ਨਾਲੋਂ ਬਹੁਤ ਕਾਫੀ ਉਹਦੀ ਸਿਹਤ ਅੱਛੀ ਹੋ ਗਈ ਆ ਲੁਬੀਮੀਰ ਜੋ ਬਲਗੇਰੀਆ ਦੇ ਵਿੱਚ ਔਰ ਬਾਕੀ ਜੋ ਪਰੀ ਇਸ ਵੇਲੇ ਜਿਨ੍ਹਾਂ ਦੇ ਸੱਟਾਂ ਵਗੈਰਾ ਸੁਣਿਆ ਖਾਸ ਕਰਕੇ ਗੀਤਾ ਦੀ ਮਮ ਜੋ ਉਹਦੀ ਸਿਹਤ ਆ ਕਿਰਨ ਦੀ ਮਮ ਦੀ ਔਰ ਆਸ਼ੀਸ਼ ਵੀ ਜਦੋਂ ਉਹਦੇ ਵੀ ਜੋ ਹੱਡੀ ਪੈਰ ਦੀ ਟੁੱਟੀ ਉਹਦੇ ਵਿੱਚ ਵਾਸਤੇ ਪ੍ਰਭੂ ਜੀ ਇਹ ਪ੍ਰਾਰਥਨਾ ਕਰਦਾ ਤੁਹਾਡੇ ਵਾਸਤੇ
ਕਿ ਤੁਸੀਂ ਉਹਨਾਂ ਨੂੰ ਚੰਗੀ ਸੇਧ ਦੇਣੀ। ਭਾਈ ਮਾਈਕਲ ਪ੍ਰਭੂ ਜੀ ਕਾਫੀ ਦੇਰ ਤੋਂ ਜਦੋਂ ਠੀਕ ਨਹੀਂ ਸੀ, ਔਰ ਇਸ ਵੇਲੇ ਇਹ ਪ੍ਰਭੂ ਜੀ ਤੁਹਾਡੀ ਸ਼ੁਕਰਗੁਜ਼ਾਰੀ ਵੀ ਕਰਦੇ ਹਾਂ ਕਿ ਸੱਚਮੁੱਚ ਤੁਸੀਂ ਆਪਣੇ ਲੋਕਾਂ ਨੂੰ ਇਸਤੇਮਾਲ ਕਰਦੇ ਆ ਤੁਹਾਡੀ ਸੇਵਾ ਵਾਸਤੇ, ਔਰ ਜਦੋਂ ਸਮਾਂ ਆਉਂਦਾ ਆ ਤੁਸੀਂ ਉਹਨਾਂ ਨੂੰ ਆਪਣੇ ਕੋਲ ਬੁਲਾ ਲੈਂਦੇ ਆ। ਔਰ ਪ੍ਰਭੂ ਜੀ ਜੋ ਵੀ ਸਮਾਂ ਤੁਸੀਂ ਦਿੱਤਾ ਭਾਈ ਮਾਈਕਲ ਨੂੰ ਇਸ ਧਰਤੀ ਉੱਤੇ, ਔਰ ਹੁਣ ਤੁਹਾਡੇ ਹਜ਼ੂਰ ਪਹੁੰਚੇ ਆ, ਔਰ ਹੁਣ ਪ੍ਰਭੂ ਜੀ ਪਰਿਵਾਰ ਵਾਸਤੇ ਪ੍ਰਾਰਥਨਾ ਕਰਦੇ ਹਾਂ। ਭੈਣ ਗੀਤਾ ਨੂੰ ਜੋ ਸਾਊਥ ਅਫਰੀਕਾ ਦੇ ਵਿੱਚ ਪਰਿਵਾਰ ਦੇ ਮੈਂਬਰ ਆ, ਇਕੱਲੇ ਨੂੰ ਪ੍ਰਭੂ ਜੀ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ, ਤੁਸੀਂ ਸਵਰਗ ਤੋਂ ਸ਼ਾਂਤੀ ਤਸੱਲੀ ਦੇਣੀ, ਔਰ ਜੋ ਵੀ ਇੰਤਜ਼ਾਮ ਹੈ ਉੱਥੇ ਹਰ ਇੱਕ ਗੱਲ ਤੁਸੀਂ ਉਹਨਾਂ ਦੀ ਮਦਦ ਕਰਨੀ। ਜੈਸਮੀਨ ਜੋ ਛੋਟੀ ਬੱਚੀ ਹਾਲੇ 13 ਸਾਲ ਦੀ ਆ, ਨਿੱਕੀ ਉਹਨਾਂ ਦੀ ਜੋ ਸਹੇਲੀ ਦੀ ਲੜਕੀ ਪਰ ਜੀ ਉਹਦੇ ਵਾਸਤੇ ਵੀ ਤੁਸੀਂ ਹਰ ਇੱਕ ਗੱਲ ਨੂੰ ਜਾਣਦੇ ਆ। ਜੌਨ ਦੀ ਜੋ ਫਰੈਂਡ ਜੋ ਉਹਨਾਂ ਦੀ ਮਦਰ ਕੈਂਸਰ ਦੀ 4 ਸਟੇਜ 'ਤੇ ਪਹੁੰਚੀ ਆ, ਉਹਦੇ ਵਾਸਤੇ। ਔਰ ਸਰੀਤਾ ਜੋ ਭਾਈ ਸੋਢੀ ਉਹਨਾਂ ਦੀ ਲੜਕੀ ਆ, ਔਰ ਖਾਸ ਕਰ ਭਾਜੀ ਜੋ ਇਹ ਜਿਨ੍ਹਾਂ ਨੇ ਹਾਲੇ ਮੁਕਤੀ ਤੁਹਾਡੇ ਪਿਆਰ ਨੂੰ ਨਹੀਂ ਚੱਖਿਆ, ਉਹਨਾਂ ਦੇ ਵਾਸਤੇ ਇਹ ਸਭ ਤੋਂ ਵੱਡੀ ਗੱਲ ਕਿ ਤੁਹਾਡੀ ਦਇਆ ਭਲਾਈ ਨੂੰ ਦੇਖਣ। ਔਰ ਜੋ ਅੱਜ ਦਾ ਵਚਨ ਆ ਤਰਜਮਾ ਕਰਨਾ, ਜੋ ਬਾਕੀ ਦਾ ਸਮਾਂ ਹੈਗਾ, ਖਾਸ ਕਰਕੇ ਆਪਣੇ ਦਾਸ ਨੂੰ ਭਾਜੀ ਜੋ ਵਚਨ ਤੁਹਾਡੀ ਵੱਲੋਂ ਦਿੱਤੇ ਜਾਣ ਔਰ ਸਾਡੀਆਂ ਜ਼ਿੰਦਗੀਆਂ ਵਿੱਚ ਉਹ ਸ਼ਾਮਲ ਹੋਣ। ਤੁਹਾਡੀ ਮਹਿਮਾ ਤੁਹਾਡੀ ਵਡਿਆਈ ਹੋਵੇ, ਔਰ ਇਹ ਮੰਗਦੇ ਹਾਂ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਓਕੇ, ਤੁਸੀਂ ਹੁਣ ਮਿਹਰਬਾਨੀ ਕਰਕੇ ਜੋ ਨੋਟਿਸ ਆ ਉਹ ਸੁਣਨਾ। ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਕਿ ਅੱਜ ਸ਼ਾਮ ਨੂੰ ਅਸੀਂ 5 ਵਜੇ ਇੱਥੇ ਮਿਲਣਾ ਸ਼ੁਰੂ ਕੀਤਾ ਆ, ਕਿਉਂਕਿ ਜਿਹੜੀ ਜ਼ੂਮ ਦੇ ਉੱਤੇ ਬਰੋਡਕਾਸਟਿੰਗ ਹੁੰਦੀ ਸੀ ਉਹ ਬੰਦ ਕਰ ਦਿੱਤੀ ਗਈ ਆ। ਸੋ ਹਰ ਇੱਕ ਨੂੰ ਇਹ ਬਾਰ-ਬਾਰ ਕਹਿੰਦੇ ਕਿ ਹੁਣ ਮੀਟਿੰਗ ਦੇ ਵਿੱਚ ਆਓ, ਔਰ ਅਸੀਂ 5 ਵਜੇ ਇੱਥੇ ਸ਼ਾਮ ਨੂੰ ਇਕੱਠੇ ਹੋਵਾਂਗੇ ਬਿਲਡਿੰਗ ਦੇ ਵਿੱਚ। ਮੰਗਲਵਾਰ ਨੂੰ ਜੋ ਮੀਟਿੰਗ ਹੁੰਦੀ ਆ ਪੰਜਾਬੀ ਭੈਣਾਂ ਭਾਈਆਂ ਉਹਦੇ ਉਹ ਨਹੀਂ ਹੋਊਗੀ, ਪਰ ਬੁੱਧਵਾਰ ਨੂੰ ਜੋ ਦੋਨੇ ਗਰੁੱਪ ਜਿਹੜੇ ਆ ਇੰਗਲਿਸ਼ ਪੰਜਾਬੀ ਰਲ ਕੇ ਪ੍ਰਾਰਥਨਾ ਵਿੱਚ ਅਸੀਂ ਸ਼ਾਮਲ ਹੋਵਾਂਗੇ ਅਤੇ ਨਾਲ ਪ੍ਰਭੂ ਦੇ ਮੇਜ਼ 'ਚ ਹਿੱਸਾ ਲਵਾਂਗੇ। ਔਰ ਤੁਸੀਂ ਲਾਲ ਡਰਿੰਕ ਜਾਂ ਰੋਟੀ ਜਿਸ ਤਰ੍ਹਾਂ ਤਿਆਰ ਕਰਦੇ ਹੁੰਦੇ ਉਹ ਪਹਿਲਾਂ ਕਰ ਲੈਣਾ। ਸੈਟਰਡੇ 11 ਵਜੇ ਜੋ ਸੰਡੇ ਸਕੂਲ ਬੱਚਿਆਂ ਦਾ ਹੁੰਦਾ ਆ, ਉਹਦੇ ਵਾਸਤੇ ਮਾਪੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਮੇਂ ਸਿਰ ਉਹਦੇ 'ਚ ਸ਼ਾਮਲ ਕਰਨ। ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ ਅਗਲੇ ਐਤਵਾਰੇ ਫਿਰ ਜੋ ਹਾਲੇ ਔਨਲਾਈਨ ਸਰਵਿਸ ਸ਼ੁਰੂ ਹੁੰਦੀ ਆ ਉਹਦੇ ਵਿੱਚ ਸ਼ਾਮਲ ਹੋਵਾਂਗੇ, ਅਤੇ 5 ਵਜੇ ਜਿਹੜੀ ਮੀਟਿੰਗ ਇੱਥੇ ਹੋਗੀ ਬਿਲਡਿੰਗ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੋਵਾਂਗੇ। ਜਿਸ ਤਰ੍ਹਾਂ ਅੱਗੇ ਦੱਸਿਆ ਗਿਆ ਕਿ ਜੋ ਵੀ ਪਲਾਨ ਹੈਗਾ ਰੋਡ ਮੈਪ ਤਿਆਰ ਕੀਤਾ ਹੋਇਆ, ਜੋ ਪ੍ਰਭੂ ਦੀ ਮਰਜ਼ੀ ਹੋਈ ਜਾਂ ਜੋ ਹਾਲਾਤ ਉਹਦੇ ਮੁਤਾਬਕ ਕਿ 17 ਮਈ ਤੋਂ ਬਾਅਦ ਜਿਹੜੀ ਔਨਲਾਈਨ ਸਰਵਿਸ ਆ ਉਹ ਨਹੀਂ ਕੀਤੀ ਜਾਊਗੀ ਐਤਵਾਰ ਨੂੰ। ਦੋਨੇ ਮੀਟਿੰਗਾਂ ਮੰਡਲੀ ਵਿੱਚ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ ਉਹ ਹੋਣਗੀਆਂ, ਅਤੇ ਜੇ ਸਾਰਾ ਕੁਝ ਠੀਕ ਹੋਇਆ 21 ਜੂਨ ਤੋਂ ਬਾਅਦ ਜੋ ਰਿਸਟ੍ਰਿਕਸ਼ਨ ਵਗੈਰਾ ਜੋ ਗਵਰਨਮੈਂਟ ਜਿਸ ਤਰ੍ਹਾਂ ਸਲਾਹ ਦੇਊਗੀ ਉਹਦੇ ਮੁਤਾਬਕ ਅਸੀਂ ਸਾਰਾ ਕੁਝ ਕਰਾਂਗੇ। ਅੱਜ ਦਾ ਵਚਨ ਜਿਹੜਾ ਪ੍ਰਭੂ ਦਾ ਅਸੀਂ ਪੜ੍ਹਨਾ ਆ ਐਜ਼ਰਾ ਦੀ ਕਿਤਾਬ ਦੇ ਵਿੱਚੋਂ, ਉਹਦਾ ਪਹਿਲਾ ਅਧਿਆਇ ਪਹਿਲੀ ਆਇਤ, 3 ਅਧਿਆਇ ਉਹਦੀ 1 ਤੋਂ 7 ਆਇਤ। ਐਜ਼ਰਾ ਪਹਿਲਾ ਅਧਿਆਇ ਪਹਿਲੀ ਆਇਤ, ਅਤੇ ਜਿਹੜਾ ਉਹਦਾ ਤੀਸਰਾ ਅਧਿਆਇ ਆ ਉਹਦੀ 1 ਤੋਂ 7 ਆਇਤ ਅਸੀਂ ਪੜ੍ਹਾਂਗੇ। ਫਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਵਰ੍ਹੇ ਵਿੱਚ ਯਹੋਵਾ ਨੇ ਫਾਰਸ ਦੇ ਪਾਤਸ਼ਾਹ ਕੋਰਸ ਦਾ ਮਨ ਪ੍ਰੇਰਿਆ ਬਈ ਯਹੋਵਾ ਜਰਮਾਇਆ ਦੇ ਮੂੰਹੋਂ ਉਚਾਰਿਆ ਯਹੋਵਾ ਦਾ ਵਚਨ ਪੂਰਾ ਹੋਵੇ, ਅਤੇ ਉਹਨੇ ਆਪਣੇ ਸਾਰੇ ਰਾਜ ਵਿੱਚ ਇਹ ਡੌਂਡੀ ਪਟਵਾਈ ਅਤੇ ਲਿਖਤ ਵਿੱਚ ਵੀ ਇਹ ਦਿੱਤਾ। ਹੁਣ ਤੀਸਰਾ ਅਧਿਆਇ ਉਹਦੀ 1 ਤੋਂ 7 ਹੈ। ਜਦੋਂ 7ਵਾਂ ਮਹੀਨਾ ਆਇਆ ਅਤੇ ਇਜ਼ਰਾਏਲੀ ਨਗਰੀ ਵਸ ਗਏ ਤਾਂ ਲੋਕ ਇੱਕ ਮਨ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। ਤਦ ਯਸ਼ੋਆ ਸੋਦਾਦਾਕ ਦਾ ਪੁੱਤਰ, ਉਹਦੇ ਭਰਾ ਜਾਜਕ ਅਤੇ ਸ਼ਲੀਏਤ ਦਾ ਪੁੱਤਰ ਜ਼ਰੂਬਾਬਲ ਦੇ ਉਹਦੇ ਭਰਾ ਉੱਠ ਖਲੋਤੇ ਅਤੇ ਇਜ਼ਰਾਇਲ ਦੇ ਪਰਮੇਸ਼ਰ ਦੀ ਜਗਵੇਦੀ ਨੂੰ ਬਣਾਇਆ, ਤਾਂ ਜੋ ਉਹਦੇ ਉੱਤੇ ਹੋਮ ਬਲੀਆਂ ਚੜ੍ਹਾਉਣ, ਜਿਵੇਂ ਪਰਮੇਸ਼ਰ ਦੇ ਮਰਦ ਮੂਸਾ ਦੀ ਵਿਵਸਥਾ ਵਿੱਚ ਲਿਖਿਆ ਹੋਇਆ ਸੀ। ਸੋ ਉਹਨਾਂ ਨੇ ਜਗਵੇਦੀ ਨੂੰ ਉਹਦੇ ਥਾਂ 'ਤੇ ਟਿਕਾਇਆ, ਕਿਉਂ ਜੋ ਉਹਨਾਂ ਨੂੰ ਦੇਸ ਦੇਸ ਦਿਆਂ ਲੋਕਾਂ ਦਾ ਡਰ ਸੀ।
ਅਤੇ ਉਹ ਉਸ ਦੇ ਉੱਤੇ ਯਹੋਵਾ ਲਈ ਹੋਮ ਬਲੀਆਂ ਅਰਥਾਤ ਸਵੇਰ ਅਤੇ ਸਾਂਝ ਦੀਆਂ ਹੋਮ ਬਲੀਆਂ ਚੜਾਉਣ ਲੱਗੇ। ਅਤੇ ਉਹਨਾਂ ਨੇ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਰੋਜ਼ ਦੀਆਂ ਹੋਮ ਬਲੀਆਂ ਗਿਣ ਕੇ ਹੁਕਮਨਾਮੇ ਅਨੁਸਾਰ ਜਿਵੇਂ ਹਰ ਦਿਨ ਦੀ ਰੀਤ ਸੀ ਚੜਾਈਆਂ। ਉਸ ਦੇ ਪਿੱਛੋਂ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਹੋਵਾ ਦੀਆਂ ਸਭਨਾਂ ਠਹਿਰਾਇਆ ਹੋਇਆਂ ਪਰਬਾਂ 'ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀ ਭੇਂਟਾਂ ਚੜਾਈਆਂ ਅਤੇ ਨਾਲੇ ਹਰ ਪੁਰਸ਼ ਦੀ ਖੁਸ਼ੀ ਦੀ ਭੇਂਟ ਜੋ ਉਹਦੀ ਆਪਣੀ ਖੁਸ਼ੀ ਨਾਲ ਯਹੋਵਾ ਨੂੰ ਚੜਾਉਂਦਾ ਸੀ। 7ਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਉਹ ਯਹੋਵਾ ਨੂੰ ਹੋਮ ਬਲੀਆਂ ਚੜਾਉਣ ਲੱਗੇ, ਪਰ ਯਹੋਵਾ ਦੀ ਹੈਕਲ ਦੀ ਨਿਉ ਅਜੇ ਰੱਖੀ ਨਹੀਂ ਗਈ ਸੀ। ਅਤੇ ਉਹਨਾਂ ਨੇ ਰਾਜਾਂ ਅਤੇ ਤਰਖਾਣਾਂ ਨੂੰ ਰੁਪਈਆ ਦਿੱਤਾ ਅਤੇ ਸਦੋਨੀਆ ਅਤੇ ਸੂਰੀਆ ਨੂੰ ਖਾਣਾ ਪੀਣਾ ਅਤੇ ਤੇਲ ਦਿੱਤਾ, ਤਾਂ ਜੋ ਫਾਰਸ ਦੇ ਪਾਤਸ਼ਾਹ ਕੋਰਸ ਦੇ ਉਹਨਾਂ ਨੂੰ ਦਿੱਤੇ ਪਰਵਾਨੇ ਅਨੁਸਾਰ ਲਬਾਨੋਨ ਦੇ ਦਰਿਆ ਦੀ ਲੱਕੜੀ ਸਮੁੰਦਰ ਦੇ ਰਾਹ ਜਾਫਾ ਨੂੰ ਲਿਆਉਣ। ਪ੍ਰਭੂ ਇਹਨਾਂ ਵਚਨਾਂ ਨੂੰ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਨੂੰ ਵਚਨਾਂ ਨੂੰ ਖੋਲ੍ਹਣ, ਅਸੀਂ ਰਲ ਕੇ ਪ੍ਰਭੂ ਦੀ ਉਪਾਸਨਾ ਦੇ ਵਿੱਚ ਜੋ ਸਕਰੀਨ 'ਤੇ ਗਾਣਾ ਆਊਗਾ ਉਹਦੇ 'ਚ ਸਰਗੇ ਸ਼ਾਮਲ ਹੋਵਾਂਗੇ। Come behold the wondrous mystery in the dawning of the King. He the theme of heaven's praises, robed in frail humanity.
Last week I stated that we would begin a new series today. ਪਿਛਲੇ ਹਫਤੇ ਮੈਂ ਕਿਹਾ ਸੀਗਾ ਕਿ ਅੱਜ ਇੱਕ ਨਵਾਂ ਮਜਬੂਰ ਜਿਹੜਾ ਹੈਗਾ ਮਜਬੂਨ ਉਹ ਸ਼ੁਰੂ ਕਰਾਂਗੇ That we would be looking at the books of Ezra, Haggai, Zechariah, Esther and Nehemiah. ਤੇ ਜਿਸ ਤਰ੍ਹਾਂ ਕਿਹਾ ਸੀਗਾ ਐਜ਼ਰਾਇਆ ਨehemiah ਐਸਥਰ ਇਹਨਾਂ ਕਿਤਾਬਾਂ ਨੂੰ ਦੇਖਾਂਗੇ Because you can lump these books together because they cover a similar period of time in the Old Testament. ਇਹ ਇਕੱਠੀਆਂ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹੈਗੀਆਂ ਕਿਉਂਕਿ ਪੁਰਾਣੇ ਨੇਮ ਦੇ ਵਿੱਚ ਇਹਨਾਂ ਸਾਰੀਆਂ ਕਿਤਾਬਾਂ ਦਾ ਇੱਕੋ ਹੀ ਮਜਬੂਨ ਹੈ I think one of the saddest things is that people don't really read the Old Testament. ਦੁੱਖ ਦੀ ਗੱਲ ਇਹ ਆ ਕਿ ਬਹੁਤ ਸਾਰੇ ਲੋਕੀ ਪੁਰਾਣੇ ਨੇਮ ਦੀਆਂ ਇਹ ਕਿਤਾਬਾਂ ਨੂੰ ਪੜ੍ਹਦੇ ਨਹੀਂ Because they find them too difficult. ਉਹਨਾਂ ਨੂੰ ਸਮਝਣ ਦੇ ਵਿੱਚ ਔਖਾ ਲੱਗਦਾ ਹੈ And so they miss out on beautiful and rich biblical literature. ਫਿਰ ਉਹ ਕੀ ਕਰਦੇ ਆ ਕਿ ਉਹ ਤੋਂ ਰਹਿਤ ਰਹਿ ਜਾਂਦੇ ਆ ਕਿ ਜਿਹੜੀਆਂ ਪੁਰਾਣੇ ਨੇਮ ਦੇ ਵਿੱਚ ਇਹ ਕਿਤਾਬਾਂ ਆ ਇਹਨਾਂ ਦੇ ਵਿੱਚ ਜੋ ਸੱਚਾਈ ਦੀ ਡੂੰਘਾਈ ਹੈਗੀ ਆ ਮਿਠਾਸ ਹੈਗੀ ਆ ਉਹਨਾਂ ਨੂੰ ਉਹ ਖੋ ਬੈਠਦੇ ਹਨ And they fail to understand the Bible story fully and see its relevance, the relevance of the Old Testament for us today. ਇਸ ਕਾਰਨ ਉਹ ਜਿਹੜੀ ਬਾਈਬਲ ਦੀ ਕਹਾਣੀ ਹੁੰਦੀ ਆ ਉਹ ਨਹੀਂ ਸਮਝ ਪਾਉਂਦੇ ਹੈਗੇ ਤੇ ਜੋ ਉਹਨਾਂ ਦੇ ਵਿੱਚ ਸੱਚਾਈ ਲਿਖੀ ਹੁੰਦੀ ਹੈਗੀ ਆ ਉਹਨੂੰ ਸਮਝ ਨਹੀਂ ਪਾਉਂਦੇ But God willing, we will seek to comprehend these books and pray that the Lord will speak to us through them. ਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਆਸ ਇਹ ਵੀ ਰੱਖਦੇ ਹਾਂ ਕਿ ਇਹਨਾਂ ਕਿਤਾਬਾਂ ਦੇ ਦੇਖਣ ਦੇ ਦੁਆਰਾ ਅਸੀਂ ਇਹਨਾਂ ਨੂੰ ਦੇਖਣ ਦੇ ਦੁਆਰਾ ਅਸੀਂ ਸਮਝ ਸਕੀਏ So firstly, let me begin by explaining the context of these books, especially Ezra, as we'll be looking at Ezra chapters 1 to 5 this morning. ਤੇ ਇਹਨਾਂ ਕਿਤਾਬਾਂ ਦੇ ਵਿੱਚ ਜੋ ਮਜਬੂਨ ਹੈਗਾ ਆ ਉਹ ਤੁਹਾਨੂੰ ਮੈਂ ਥੋੜਾ ਬੜਾ ਸਮਝਾਉਂਦਾ ਹੈਗਾ ਪਰ ਸ਼ੁਰੂ ਕਰਾਂਗੇ ਅਸੀਂ ਆਜ਼ਰਾ ਤੋਂ 1 ਅਧਿਆਇ ਤੋਂ ਲੈ ਕੇ 5 ਅਧਿਆਇ ਤਾਈਂ The Bible contains 66 different books. ਬਾਈਬਲ ਦੇ ਵਿੱਚ ਫਰਕ 66 ਕਿਤਾਬਾਂ ਹਨ However, there is one unified story. ਪਰ ਸਾਰੀਆਂ ਮਿਲ ਕੇ ਕਿਤਾਬ ਦੇ ਵਿੱਚ ਬਾਈਬਲ ਦੇ ਵਿੱਚ ਇੱਕੋ ਹੀ ਕਹਾਣੀ ਹੈ There's one link, one thread that links all 66 books together. ਤੇ ਇਹਦੇ ਵਿੱਚ ਇੱਕੋ ਹੀ ਅੜੀ ਹੈ ਜਿਹੜੀ ਸਾਰੀਆਂ ਅੜੀਆਂ ਨੂੰ ਮਿਲਾ ਕੇ ਇੱਕ ਬਣਾਉਂਦੀ ਹੈ Think of it like a necklace and imagine that this necklace has 66 different pearls. ਇਸ ਤਰੀਕੇ ਨਾਲ ਸੋਚੋ ਕਿ ਜਿਹੜਾ ਅਸੀਂ ਗਲ ਦਾ ਹਾਰ ਬਣਾਉਂਦੇ ਹੈਗੇ ਆ ਗਲ ਦਾ ਜੋ ਹਾਰ ਹੈਗਾ ਉਹ 66 ਹੀਰਿਆਂ ਦੇ ਨਾਲ ਬਣਾਇਆ ਹੋਇਆ ਹੈ Every book in the Bible is like a precious pearl. ਤੇ ਇੱਕ ਕੱਲੀ ਕਿਤਾਬ ਜਿਹੜੀ ਬਾਈਬਲ ਦੇ ਵਿੱਚ ਹੈ ਉਹ ਇਸ ਤਰ੍ਹਾਂ ਇੱਕ ਹੀਰੇ ਵਰਗੀ ਹੈ But what holds these pearls together? What is the cord that runs through them all? ਤੇ ਇਹ ਜਿਹੜੇ ਹੀਰੇ ਹਨ ਜਿਹੜੀਆਂ ਕਿਤਾਬਾਂ ਹਨ ਇਹ ਕਿਹੜੀ ਚੀਜ਼ ਹੈ ਕਿ ਜਿਸ ਡੋਰੀ ਦੇ ਵਿੱਚ ਜਾਂ ਜਿਸ ਧਾਗੇ ਦੇ ਵਿੱਚ ਦੀ ਇਹ ਫਸਾਈਆਂ ਗਈਆਂ ਕਿਹੜੀ ਜੋੜ ਕੇ ਇਹਨਾਂ 66 ਕਿਤਾਬਾਂ ਨੂੰ ਹੀਰੇ ਦੀ ਵਾਂਗਰ ਹਾਰ ਦੀ ਵਾਂਗਰ ਇਕੱਠੀਆਂ ਰੱਖਦੀਆਂ The answer is Jesus Christ. ਜਵਾਬ ਹੈ ਪ੍ਰਭੂ ਯਿਸੂ ਮਸੀਹ Jesus himself said in John chapter 5 verse 39 that the scriptures bear witness of me. ਪ੍ਰਭੂ ਯਿਸੂ ਮਸੀਹ ਨੇ ਆਪ ਬਿਆਨ ਕੀਤਾ 5:39 ਦੇ ਵਿੱਚ ਕਿ ਹਾਂ ਕਿ ਜਿਹੜੀਆਂ ਲਿਖਤਾਂ ਹੈ ਉਹ ਮੇਰਾ ਬਿਆਨ ਕਰਦੀਆਂ ਹਨ But you say, how do the Old Testament books speak of Christ? Because Christ is not mentioned in the Old Testament by name. It's only in the New Testament. ਤੁਸੀਂ ਇਹ ਕਹਿ ਸਕਦੇ ਆ ਕਿ ਪ੍ਰਭੂ ਯਿਸੂ ਮਸੀਹ ਦੇ ਬਾਰੇ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਪੁਰਾਣੇ ਨੇਮ ਦੇ ਵਿੱਚ ਉਹਦਾ ਤਾਂ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਉਹ ਤਾਂ ਨਵੇਂ ਨੇਮ ਦੇ ਵਿੱਚ ਆਉਂਦਾ ਹੈ Well, we've mentioned this many times. ਬਹੁਤ ਵਾਰੀ ਅਸੀਂ ਬਿਆਨ ਕਰ ਚੁੱਕੇ ਹਾਂ If you go back to Genesis, we read of the fall of man. Adam sinned. ਤੇ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਜੇ ਅਸੀਂ ਸ਼ੁਰੂਆਤ ਦੇ ਵਿੱਚ ਜਾਈਏ ਉਤਪਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਦਮ ਜੋ ਪਹਿਲਾ ਮਨੁੱਖ ਬਣਾਇਆ ਸੀ ਉਹਨੇ ਪਾਪ ਕੀਤਾ ਤੇ ਪਾਪ ਦੇ ਵਿੱਚ ਡਿੱਗ ਪਿਆ And he became a sinner. ਉਹ ਪਾਪੀ ਬਣ ਗਿਆ And he was separated from God. ਪਰਮੇਸ਼ਰ ਤੋਂ ਅਲੱਗ ਕੀਤਾ ਗਿਆ But in Genesis chapter 3 and verse 15, ਉਤਪਤ 3:15 ਦੇ ਵਿੱਚ God promised to send an offspring or a seed of the woman, a second Adam if you like. ਤੇ ਤੀਸਰੇ ਅਧਿਆਇ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ 15ਵੀਂ ਆਇਤ 'ਚ ਕਿ ਹਾਂ ਕਿ ਪਰਮੇਸ਼ਰ ਨੇ ਵਾਅਦਾ ਕੀਤਾ ਸੀਗਾ ਕਿ ਇੱਕ ਬੀਜ ਔਰਤ ਤੋਂ ਆਵੇਗਾ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਦੁਆਰਾ ਔਰਤ ਦੇ ਦੁਆਰਾ ਮਸੀਹ ਆਵੇਗਾ Who will come, who will suffer, who will die to redeem man and to reconcile him back to God. ਇਸ ਬਿਆਨ ਕੀਤਾ ਗਿਆ ਕਿ ਉਹ ਆਵੇਗਾ ਆ ਕੇ ਦੁੱਖ ਸਵੇਗਾ ਮੌਤ ਸਵੇਗਾ ਉਹ ਦੁੱਖਾਂ ਦੇ ਵਿੱਚ ਦੀ ਜਾਵੇਗਾ ਆ ਕੇ ਪਾਪੀ ਮਨੁੱਖ ਨੂੰ ਉਹ ਬਚਾਵੇਗਾ And this offspring would come through the nation of Israel. ਇਸਰਾਏਲ ਦੀ ਕੌਮ ਦੇ ਦੁਆਰਾ ਇਸ ਅੰਸ਼ ਨੇ ਆਉਣਾ ਸੀ And Israel is given a promised land. ਇਸਰਾਏਲ ਕੌਮ ਨੂੰ
ਇੱਕ ਵਾਅਦੇ ਵਾਲੀ ਧਰਤੀ ਦਿੱਤੀ ਗਈ ਸੀ and told that this Savior will be born in that land, the land of Israel. ਵਾਅਦਾ ਉਹਨਾਂ ਨੂੰ ਇਹ ਦਿੱਤਾ ਗਿਆ ਸੀਗਾ ਕਿ ਹਾਂ ਕਿ ਜਿਹੜੀ ਧਰਤੀ ਇਜ਼ਰਾਈਲ ਦੀ ਧਰਤੀ ਹੈ ਉਸ ਜਗ੍ਹਾ ਤੇ ਉਹ ਮੁਕਤੀਦਾਤਾ ਪੈਦਾ ਹੋਵੇਗਾ But sadly, the nation of Israel, the people who were God's people, they sinned against God, they turned and engaged in idolatry. ਦੁੱਖ ਦੀ ਗੱਲ ਇਹ ਹੈ ਕਿ ਪਰਮੇਸ਼ਰ ਦੇ ਲੋਕ ਜਿਹੜੀ ਇਜ਼ਰਾਈਲ ਕੌਮ ਸੀਗੀ ਉਹ ਪਰਮੇਸ਼ਰ ਤੋਂ ਦੂਰ ਹੋ ਗਈ ਉਹ ਪਾਪ ਦੇ ਵਿੱਚ ਡਿੱਗ ਪਏ ਉਹਨੀ ਮੂਰਤੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ And so God raised another nation, the Assyrians first, then the Babylonians, who conquered Israel and took them away into exile to a foreign land. ਫਿਰ ਪਰਮੇਸ਼ਰ ਨੇ ਉਹਨਾਂ ਦਾ ਨਿਆਂ ਕੀਤਾ ਦੂਸਰੀਆਂ ਕੌਮਾਂ ਬੈਬੀਲੋਨ ਆਇਆ ਫਿਰ ਇੱਕ ਹੋਰ ਕੌਮ ਆਈ ਉਹਨਾਂ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੂੰ ਫੜ ਕੇ ਅਸੀਰੀ ਦੇ ਵਿੱਚ ਲੈ ਗਏ God's temple in Jerusalem is destroyed. This is where God was worshipped in the Old Testament. ਪੁਰਾਣੇ ਨੇਮ ਦੇ ਵਿੱਚ ਜਰੂਸਲਮ ਦੇ ਵਿੱਚ ਜਿੱਥੇ ਪਰਮੇਸ਼ਰ ਦਾ ਹੈਕਲ ਸੀ ਉਸ ਹੈਕਲ ਦਾ ਨਾਸ਼ ਕੀਤਾ ਗਿਆ ਉੱਥੋਂ ਲੋਕਾਂ ਨੂੰ ਫੜ ਕੇ ਲੈ ਗਏ ਜਿੱਥੇ ਪਰਮੇਸ਼ਰ ਦੀ ਇਬਾਦਤ ਕਰਦੇ ਸੀ And the city lies in ruins. ਹੁਣ ਬਰਬਾਦੀ ਦੇ ਵਿੱਚ ਸ਼ਹਿਰ ਹੈ ਇਸ ਵੇਲੇ So Jerusalem ਜਰੂਸਲਮ is destroyed. ਉਹਦਾ ਨਾਸ਼ ਕੀਤਾ ਗਿਆ The people of God, the nation of Israel, are scattered. ਪਰਮੇਸ਼ਰ ਦੇ ਲੋਕ ਇਜ਼ਰਾਈਲੀ ਕੌਮ ਜਿਹੜੀ ਹੈਗੀ ਉਹ ਖਿੰਡ ਗਈ ਹੈ ਖਿਲਰ ਗਈ ਹੈ They're in exile. ਉਹ ਅਸੀਰੀ ਦੇ ਵਿੱਚ ਹਨ How could God's promises be fulfilled? How could a Savior come? ਪਰਮੇਸ਼ਰ ਦਾ ਵਾਅਦਾ ਕਿਸ ਤਰ੍ਹਾਂ ਪੂਰਾ ਹੋਊਗਾ ਮੁਕਤੀਦਾਤਾ ਜਿਹੜਾ ਹੈ ਉਹ ਕਿਸ ਤਰ੍ਹਾਂ ਆਵੇਗਾ Will God's promises fail? ਕੀ ਪਰਮੇਸ਼ਰ ਦਾ ਵਾਅਦਾ ਜਿਹੜਾ ਹੈ ਉਹ ਨਿਆਦਰ ਹੋਵੇਗਾ If so, we will be lost in our sin forever. ਜੇ ਪਰਮੇਸ਼ਰ ਦਾ ਵਾਅਦਾ ਨਾ ਪੂਰਾ ਹੋਵੇ ਕੀ ਅਸੀਂ ਹਰ ਵੇਲੇ ਪਾਪ ਦੇ ਵਿੱਚ ਹੀ ਰਵਾਂਗੇ ਸਾਰੀ ਜ਼ਿੰਦਗੀ See, this nation had to be kept as a nation. ਜ਼ਰੂਰ ਹੈ ਕਿ ਜਿਹੜੀ ਕੌਮ ਹੈ ਇਹਨੂੰ ਕੌਮ ਬਣਾ ਕੇ ਰੱਖਿਆ ਜਾਵੇ And they had to be back in Israel for God's promised Messiah to come. ਜ਼ਰੂਰ ਹੈ ਕਿ ਵਾਪਸ ਇਹ ਕੌਮ ਜਰੂਸਲਮ ਦੇ ਵਿੱਚ ਲਿਆਈ ਜਾਵੇ ਤਾਂ ਕਿ ਪਰਮੇਸ਼ਰ ਦਾ ਜੋ ਵਾਅਦਾ ਕੀਤਾ ਹੋਇਆ ਕਿ ਮੁਕਤੀਦਾਤਾ ਆਵੇਗਾ ਉਸ ਧਰਤੀ ਤੇ ਪੈਦਾ ਹੋਵੇਗਾ ਉਹ ਪੂਰਾ ਕੀਤਾ ਜਾਵੇ This was an impossible situation. ਇਹ ਨਾਮੁਮਕਿਨ ਇੱਕ ਹਾਲਤ ਹੋ ਗਈ ਸੀ They were in a foreign land. How could they be restored? ਉਹ ਪਰਦੇਸੀ ਬਣ ਕੇ ਹੋਰ ਦੇਸ਼ ਦੇ ਵਿੱਚ ਚਲੇ ਗਏ ਸੀਗੇ ਤਾਂ ਇਹ ਜਿਹੜਾ ਵਾਅਦਾ ਹੈਗਾ ਜਰੂਸਲਮ ਜੋ ਹੈ ਉਹ ਕਿਸ ਤਰ੍ਹਾਂ ਇੱਕ ਵਾਰੀ ਫੇਰ ਇਕੱਠਾ ਕੀਤਾ ਜਾਵੇ We heard in the midweek that they were like dry bones, Ezekiel 37. ਅਸੀਂ ਅੱਧ ਵਿਚਕਾਰ ਹਫ਼ਤੇ ਵਿੱਚ ਦੇਖਿਆ ਸੀਗਾ ਕਿ ਹਾਂ ਕਿ ਇਜ਼ੇਕੀਅਲ ਦੀ ਕਿਤਾਬ ਦੇ ਵਿੱਚੋਂ 37 ਅਧਿਆਇ ਦੇ ਵਿੱਚੋਂ ਦੇਖਿਆ ਸੀਗਾ ਕਿ ਜਿਹੜੀਆਂ ਉਹ ਮੁਰਦੀਆਂ ਸਿਰਫ ਜਿਹੜੀਆਂ ਹੱਡੀਆਂ ਸੀਗੀਆਂ ਸੁੱਕੀਆਂ ਹੱਡੀਆਂ ਸੀਗੀਆਂ ਇਸ ਤਰ੍ਹਾਂ ਦੇ ਹੋ ਗਏ ਸੀ They were spiritually dead as a nation. ਕੌਮ ਦੇ ਵਿੱਚ ਉਹ ਆਤਮਿਕ ਤੌਰ ਤੇ ਮੁਰਦਾ ਸੀ Brother, sister, ਭੈਣ ਤੇ ਭਰਾਵੋ listen very carefully. ਹੁਸ਼ਿਆਰੀ ਦੇ ਨਾਲ ਸੁਣੋ The church of Jesus Christ today ਅੱਜ ਕੱਲ ਪ੍ਰਭੂ ਯੀਸ਼ੂ ਮਸੀਹ ਦੀ ਜੋ ਮੰਡਲੀ ਹੈ has been in a type of exile all over the world for almost a year. ਇਸ ਦੁਨੀਆ ਦੇ ਵਿੱਚ ਜਿਹੜੀ ਪ੍ਰਭੂ ਯੀਸ਼ੂ ਦੀ ਮੰਡਲੀ ਹੈ ਉਹ ਇਸ ਤਰ੍ਹਾਂ ਲੱਗਦੀ ਹੈ ਕਿ ਜਿਸ ਤਰ੍ਹਾਂ ਉਹ ਇੱਕ ਅਸੀਰੀ ਦੇ ਵਿੱਚ ਚਲੀ ਗਈ ਹੈਗੀ ਆ ਪਿਛਲੇ ਸਾਲ Similar to Israel. ਇਸੇ ਤਰ੍ਹਾਂ ਇਜ਼ਰਾਈਲ ਕੌਮ ਵੀ ਸੀ ਅਸੀਰੀ 'ਚ Why is this? ਕਿਉਂ ਹੈ ਇਹ Is it because ਕਿਉਂ ਇਸ ਕਰਕੇ ਹੈ as Christians ਵਿਸ਼ਵਾਸੀ ਹੁੰਦੇ ਹੋਏ we can our God? ਕੀ ਅਸੀਂ ਆਪਣੇ ਪਰਮੇਸ਼ਰ ਨੂੰ ਛੱਡ ਦਿੱਤਾ ਹੈ ਇਸ ਕਰਕੇ ਹੈ That is why God could be chastening us as a church. ਹੋ ਸਕਦਾ ਕਿ ਮੰਡਲੀ ਦੇ ਨਾਤੇ ਤੇ ਇਸ ਕਾਰਨ ਜੋ ਅਸੀਂ ਛੱਡ ਦਿੱਤਾ ਪਰਮੇਸ਼ਰ ਨੂੰ ਇਸ ਕਾਰਨ ਉਹ ਸਾਡੇ ਉੱਤੇ ਤਾਣ ਨਾ ਲਿਆਈ ਹੋਵੇ ਲਿਆਂਦੀ Churches ਹੋਵੇ are closed, churches are restricted. ਮੰਡਲੀਆਂ ਜਿਹੜੀਆਂ ਹੈਗੀਆਂ ਬੰਦ ਕੀਤੀਆਂ ਗਈਆਂ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ Why? ਕਿਉਂ Is it because we've increasingly turned against God like Israel and disobeyed Him and sold out to idols? ਕੀ ਇਸ ਤਰ੍ਹਾਂ ਹੋਇਆ ਸਾਡੇ ਨਾਲ ਕਿ ਹਾਂ ਕਿ ਅਸੀਂ ਪਰਮੇਸ਼ਰ ਤੋਂ ਦੂਰ ਹੋ ਗਏ ਆ ਆਪਣੇ ਆਪ ਨੂੰ ਹਨੇਰੇ 'ਚ ਲੈਣ ਦਾ ਪਾਪਾਂ 'ਚ ਲੈਣ ਦਾ ਦੂਰ ਕਰ ਦਿੱਤਾ ਤਾਂ ਕਿ ਅਸੀਂ ਇਸ ਤਰ੍ਹਾਂ ਤਾਂ ਨਹੀਂ ਹੋ ਗਏ ਕਿ ਹਾਂ ਕਿ ਅਸੀਂ ਮੂਰਤੀ ਪੂਜਾ ਦੇ ਵਿੱਚ ਲੱਗ ਗਏ ਹਾਂ We thank God that the Church of Jesus Christ in some places is being blessed and it's growing and maturing and there are good things happening. ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਕਿ ਬਹੁਤ ਸਾਰੀਆਂ ਮੰਡਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਕੰਮ ਕਰ ਰਿਹਾ ਉਹ ਉન્નਤੀ ਪਾ ਰਹੇ ਹੈਗੇ ਆ ਵਿਸ਼ਵਾਸ ਦੇ ਵਿੱਚ ਵਾਧਾ ਕਰ ਰਹੇ ਹੈ ਉਹ ਸਿਆਣੇ ਬਣ ਰਹੇ ਹੈਗੇ ਆਤਮਿਕ ਤੌਰ ਤੇ And the church is spreading far and wide. ਤੇ ਮੰਡਲੀ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਉਹ ਵੱਧ ਰਹੀਆਂ ਹੈਗੀਆਂ ਵੱਡੀਆਂ ਹੋ ਰਹੀਆਂ ਹਨ But ਪਰ
although the gospel is going out to further places now because of social media, ਮੀਡੀਆ ਦੇ ਕਰਕੇ ਜਿਹੜੇ ਅਖਬਾਰਾਂ ਹਨ ਜਾਂ ਨਿਊਜ਼ਪੇਪਰ ਹਨ ਟੈਲੀਵਿਜ਼ਨ ਤੇ ਹੈਗੇ ਉਹਨਾਂ ਦੇ ਕਾਰਨ ਜਿਹੜੇ ਪ੍ਰਭੂ ਦਾ ਵਚਨ ਹੈਗਾ ਖੁਸ਼ਖਬਰੀ ਹੈਗੀ ਆ ਉਹ ਲੋਕਾਂ ਤਾਈਂ ਦੂਰ ਦੂਰ ਤਾਈਂ ਪਹੁੰਚ ਰਿਹਾ ਹੈ but there is very little depth and people are living shallow Christian lives. ਵਿਸ਼ਵਾਸੀ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਈਆਂ 'ਚ ਆਤਮਿਕ ਤੌਰ ਤੇ ਮੌਤ ਹੈਗੀ ਹੈ ਤਾਂ ਬਹੁਤ ਸਾਰਾ ਉਹ ਹਲਕਾ ਹਲਕਾ ਜੀਵਨ ਗੁਜ਼ਾਰ ਰਹੇ ਹਨ So people talk a lot about the gospel, ਲੋਕੀ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਅੰਜੀਲ ਦੇ ਬਾਰੇ about praising the Lord. ਹਾਂ ਕਿ ਉਹ ਬਰਕਤ ਦੇ ਪਰਮੇਸ਼ਰ ਦੇ ਬਾਰੇ ਗੱਲਾਂ ਕਰਦੇ ਆ ਕਿੱਡਾ ਮਹਾਨ When you ਪਰਮੇਸ਼ਰ look ਹੈ at their lives, ਪਰ ਜੇ ਉਹਨਾਂ ਦੇ ਜੀਵਨਾਂ ਨੂੰ ਦੇਖੀਏ their outlook is just like the world. ਤੇ ਉਹਨਾਂ ਤੋਂ ਬਾਹਰੋਂ ਦੇਖੀਏ ਤਾਂ ਉਹ ਦੁਨੀਆ ਵਾਂਗ ਰਹੀ ਹਨ The church today ਮੰਡਲੀ ਅੱਜ ਕੱਲ is driven by celebrity culture. ਮੰਡਲੀਆਂ ਜੋ ਹਨ ਉਹ ਮਸ਼ਹੂਰੀ ਦੇ ਤੌਰ ਤੇ ਜਿਹੜੇ ਲੋਕੀ ਮਸ਼ਹੂਰ ਲੋਕੀ ਹਨ ਉਹਨਾਂ ਦੇ ਦੁਆਰਾ ਚਲਾਈਆਂ ਜਾਂਦੀਆਂ ਹਨ Personalities that we're attracted to and we quote and we know their every word rather than being attracted to Christ and his words. ਜਿਹੜੇ ਮਸ਼ਹੂਰ ਹੋ ਚੁੱਕੇ ਹਨ ਉਹ ਪ੍ਰਚਾਰ ਕਰਦੇ ਹਨ ਲੋਕੀ ਉਹਨਾਂ ਦੇ ਮਗਰ ਲੱਗਦੇ ਹਨ ਜਿਸ ਵੇਲੇ ਉਹਨਾਂ ਦੀਆਂ ਗੱਲਾਂ ਸੁਣਦੇ ਹਨ ਉਹ ਇਸ ਤਰ੍ਹਾਂ ਲੱਗਦਾ ਕਿ ਹਾਂ ਕਿ ਉਹਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੀ ਵੱਲ ਖਿੱਚੀ ਜਾਂਦੇ ਹਨ ਇਹਦੇ ਬਜਾਏ ਕਿ ਉਹ ਮਸੀਹ ਵੱਲ ਖਿੱਚਣ There is compromise in the church. ਮੰਡਲੀਆਂ ਦੇ ਵਿੱਚ ਸਮਝੌਤਾ ਹੋਈ ਜਾਂਦਾ Preachers say what people want to hear rather than what the word of God says. ਪ੍ਰਚਾਰਕ ਜਿਹੜੇ ਹੈਗੇ ਆ ਉਹ ਕੁਝ ਸੁਣਾਉਂਦੇ ਲੋਕਾਂ ਨੂੰ ਜੋ ਉਹ ਸੁਣਨਾ ਚਾਹੁੰਦੇ ਹਨ ਇਹਦੇ ਬਜਾਏ ਕਿ ਜੋ ਪਰਮੇਸ਼ਰ ਦਾ ਵਚਨ ਕਹਿੰਦਾ ਜੋ ਪਰਮੇਸ਼ਰ ਕਹਿੰਦਾ ਉਹ ਸੁਣਨਾ ਨਹੀਂ ਚਾਹੁੰਦੇ People are driven by greed and money and wealth. The gospel is watered down. ਅੰਜੀਲ ਜੋ ਹੈ ਉਹ ਹਾਲੀ ਕਰਕੇ ਲੋਕਾਂ ਦੇ ਅੱਗੇ ਪੇਸ਼ ਕਰਦੇ ਹੈਗੇ ਤਾਂ ਕਿ ਉਹ ਜ਼ਿਆਦਾ ਜ਼ਿਕਰ ਕਰਦੇ ਹੈਗੇ ਪੈਸਾ ਧਨ ਦੌਲਤ ਉਹਦੇ ਨਾਲ ਉਹ ਅਮੀਰ ਹੋਣ Paul says in Romans 12 to present your bodies as living sacrifices. ਪੌਲਸ ਰੋਮੀਆਂ 12 ਦੇ ਵਿੱਚ ਕਹਿੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੀਆਂ ਦੇਹਾਂ ਜਿਹੜੀਆਂ ਜਿੰਦੀਆਂ ਹੈਗੀਆਂ ਪਰਮੇਸ਼ਰ ਦੇ ਅੱਗੇ ਖੁਸ਼ਖਬਰੀ ਦੇ ਨਾਲ ਉਹ ਖੁਸ਼ ਹੋ ਕੇ ਕੁਰਬਾਨ ਕਰੋ Sacrifice? ਕੀ ਅਸੀਂ ਕੁਰਬਾਨ ਕਰੀਏ ਆਪਣੀਆਂ ਜਾਨਾਂ ਨੂੰ Do you hear that word in Christianity? ਕੀ ਇਹ ਮਸੀਹਾਪਨ ਦੇ ਵਿੱਚ ਸੁਣਦੇ ਇਹ ਲਫ਼ਜ਼ ਕਿ ਅਸੀਂ ਆਪਣੇ ਆਪ ਨੂੰ ਕੁਰਬਾਨੀ ਦੀਆਂ ਭੇਟਾਂ ਚੜਾਈਏ Generations ago, ਪੀੜ੍ਹੀਆਂ ਤੋਂ ਪੀੜ੍ਹੀਆਂ ਬੀਤ ਗਈਆਂ people would give up everything ਲੋਕੀ ਸਭ ਕੁਝ ਆਪਣਾ ਦੇ ਦਿੰਦੇ ਸੀਗੇ ਪ੍ਰਭੂ ਦੇ to ਲਈ often reach unreached people, their wealth, their families, their lives. ਆਪਣੇ ਪੁਰਾਣੇ ਸਮੇਂ ਦੇ ਵਿੱਚ ਲੋਕੀ ਕੀ ਕਰਦੇ ਸੀ ਆਪਣੇ ਆਪ ਨੂੰ ਆਪਣਾ ਧਨ ਦੌਲਤ ਆਪਣੇ ਪਰਿਵਾਰ ਨੂੰ ਦੇ ਦਿੰਦੇ ਸੀਗੇ ਪਰਮੇਸ਼ਰ ਦੀ ਸੇਵਾ ਦੇ ਲਈ ਤਾਂ ਕਿ ਅੰਜੀਲ ਜਿਹੜੀ ਹੈਗੀ ਆ ਉਹ ਫੈਲਰ ਜਾਵੇ Not about sacrifice anymore. ਇਹ ਨਹੀਂ ਹੈ ਕਿ ਹਾਂ ਕਿ ਅਸੀਂ ਕੁਝ ਕੁਰਬਾਨ ਕਰੀਏ ਕੁਰਬਾਨੀ ਦਾ ਤਾਂ ਕੋਈ ਮਤਲਬ ਹੀ ਨਹੀਂ ਅੱਜ ਕੱਲ੍ਹ It's what I can gain. ਇਹਦੇ ਵਿੱਚ ਸਾਨੂੰ ਕੀ ਫਾਇਦਾ ਹੋਊ That's what people want. They don't want sacrifice. They don't want suffering. ਉਹ ਨਹੀਂ ਚਾਹੁੰਦੇ ਕਿ ਅਸੀਂ ਦੁੱਖ ਉਠਾਈਏ ਉਹ ਨਹੀਂ ਚਾਹੁੰਦੇ ਕਿ ਅਸੀਂ ਕੁਰਬਾਨ ਆਪਣੇ ਆਪ ਨੂੰ ਕਰੀਏ ਪਰ ਉਹ ਇਹ ਚਾਹੁੰਦੇ ਆ ਕਿ ਸਾਨੂੰ ਕੀ ਫਾਇਦਾ ਹੋਊ Paul says again in Romans 12, offer your bodies as living sacrifices, holy and acceptable to God. ਪੌਲੁਸ ਕਹਿੰਦਾ 12ਵੇਂ ਅਧਿਆਇ ਦੇ ਵਿੱਚ ਕਿ ਹਾਂ ਕਿ ਤੁਸੀਂ ਆਪਣੀਆਂ ਦੇਹਾਂ ਜਿਹੜੀਆਂ ਹੈਗੀਆਂ ਪਵਿੱਤਰਤਾ ਦੇ ਤੌਰ ਤੇ ਪਰਮੇਸ਼ਰ ਦੇ ਅੱਗੇ ਕੁਰਬਾਨ ਕਰੋ ਤਾਂ ਕਿ ਉਹਨੂੰ ਉਹ ਕਬੂਲ ਕਰੇ It's not holiness that drives the church. ਹਾਂ ਕਿ ਇੰਨੇ ਪਵਿੱਤਰ ਹੋਈਏ ਕਿ ਹਾਂ ਕਿ ਅਸੀਂ ਮੰਡਲੀਆਂ ਵਿੱਚ ਦੇਖੀਏ Or the desire to want to serve. ਹਾਂ ਇਹ ਵੀ ਇੱਛਾ ਹੋਣੀ ਚਾਹੀਦੀ ਆ ਕਿ ਹਾਂ ਕਿ ਅਸੀਂ ਪਵਿੱਤਰ ਹੋ ਕੇ ਮੰਡਲੀ ਚ ਆ ਕੇ ਸੇਵਾ ਵੀ ਕਰੀਏ It's selfishness. ਜੇ ਅਸੀਂ ਇਹ ਨਹੀਂ ਕਰਦੇ ਤਾਂ ਫਿਰ ਤਾਂ ਅਸੀਂ ਸਵਾਰਥੀ ਹੁੰਦੇ ਆ As you know, Prince Philip died recently. ਤੁਸੀਂ ਜਾਣਦੇ ਹੋ ਕਿ ਪ੍ਰਿੰਸ ਫਿਲਿਪ ਦੀ ਮੌਤ ਹੋ ਚੁੱਕੀ ਹੈਗੀ ਥੋੜੇ ਚਿਰ ਹੋਇਆ People say he was a Christian, or in the media. ਅਖਬਾਰਾਂ ਦੇ ਵਿੱਚ ਤਾਂ ਉਹਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਵਿਸ਼ਵਾਸੀ ਸੀ He may have had a nominal Christian faith. ਹੋ ਸਕਦਾ ਕਿ ਉਹਦੇ ਕੋਲ ਨਾਂ ਦਾ ਵਿਸ਼ਵਾਸ ਹੋਵੇ ਮਸੀਹਾ But I doubt very much. I don't want to judge the person, but from certain things and observations, I doubt whether he was a true believer. ਤੇ ਜੋ ਉਹਦਾ ਜੀਵਨ ਸੀਗਾ ਕਈ ਗੱਲਾਂ ਹੈਗੀਆਂ ਜਿਹਦੇ ਦੁਆਰਾ ਮੈਂ ਕਹਿ ਸਕਦਾ ਕਿ ਹਾਂ ਹੋ ਸਕਦਾ ਕਿ ਉਹ ਕਈਆਂ ਗੱਲਾਂ ਤੇ ਵਿਸ਼ਵਾਸ ਕਰਦਾ ਹੋਵੇ ਪਰ ਉਹਦੇ ਜੀਵਨ ਦੇ ਦੁਆਰਾ ਪਤਾ ਲੱਗਦਾ ਕਿ ਹਾਂ ਕਿ ਹੋ ਸਕਦਾ ਕਿ ਉਹ ਵਿਸ਼ਵਾਸੀ ਨਹੀਂ But there's a quality that he had which is to be praised. ਪਰ ਉਹਦੇ ਵਿੱਚ ਇਹੋ ਜਿਹੇ ਗੁਣ ਹੈਗੇ ਆ ਜਿਹਦੀ ਤਾਰੀਫ ਕੀਤੀ ਜਾਣੀ ਚਾਹੀਦੀ ਆ And that is yet a total disregard for himself ਉਹ ਆਪਣੇ ਆਪ ਦੀ ਪਰਵਾਹ ਨਹੀਂ ਸੀ ਕਰਦਾ and for praise.
praise disregard to be praised. ਉਹ ਇਹ ਨਹੀਂ ਸੀ ਚਾਹੁੰਦਾ ਕਿ ਹਾਂ ਕਿ ਮੇਰੀ ਲੋਕੀ ਤਾਰੀਫ ਕਰਨ ਉਹ ਇਹ ਤੋਂ ਮਨਾ ਕਰਦਾ ਸੀ And he lived simply to do what he could to help people in the position that he had. ਜਿਹੜੇ ਕੋ ਜਿਸ ਉਹ ਅਹੁਦੇ ਤੇ ਸੀ ਉਸ ਅਹੁਦੇ ਤੇ ਹੋਣ ਦੇ ਨਾਤੇ ਤੇ ਲੋਕਾਂ ਦੀ ਉਹ ਬਹੁਤ ਸਾਰੀ ਮਦਦ ਕਰਦਾ ਸੀਗਾ ਜੋ ਕੁਛ ਉਹ ਕਰ ਸਕਦਾ ਸੀਗਾ ਉਹੀ ਕੁਛ ਉਹਨੇ ਕੀਤਾ Forget about me. ਮੇਰੇ ਬਾਰੇ ਕਹਿੰਦਾ ਭੁੱਲ ਜਾਓ ਤੁਸੀਂ Even at his funeral, he didn't want a eulogy, people to praise him. ਤੇ ਜਿਸ ਵੇਲੇ ਉਹਦਾ ਦਫਨਾਓ ਹੋਇਆ ਹੈਗਾ ਉਸ ਵੇਲੇ ਵੀ ਉਹਨੇ ਕਿਹਾ ਸੀਗਾ ਕਿ ਮੈਂ ਨਹੀਂ ਚਾਹੁੰਦਾ ਕਿ ਲੋਕੀ ਮੇਰੀ ਤਾਰੀਫ ਕਰਨ This is a complete contradiction to the world we live in and even the church of Jesus Christ. ਜੋ ਕੁਝ ਪ੍ਰਿੰਸ ਫਿਲਿਪ ਨੇ ਆਪਣੇ ਜੀਵਨ ਦੇ ਕਰਕੇ ਦਿਖਾਇਆ ਹੈਗਾ ਉਹਦੇ ਉਲਟ ਹੈਗਾ ਜੋ ਵਿਸ਼ਵਾਸੀ ਲੋਕ ਵੀ ਤੇ ਦੁਨੀਆ ਦੇ ਲੋਕ ਵੀ ਕਰਦੇ ਹਨ ਅੱਜ ਕੱਲ੍ਹ Paul said in 2 Timothy chapter 3 verse 2 that people will become lovers of themselves. ਤੇ ਪੌਲਸ ਲਿਖਦਾ ਤਿਮੋਥੇਉਸ 2:3 ਦੇ ਵਿੱਚ ਕਿ ਹਾਂ ਕਿ ਲੋਕੀ ਜਿਹੜੇ ਹੈਗੇ ਆ ਉਹ ਆਪਣੇ ਆਪ ਨੂੰ ਜ਼ਿਆਦਾ ਪਿਆਰ ਕਰਨ ਲੱਗ ਪਣਗੇ And lovers of money and proud and boastful. ਉਹ ਪੈਸੇ ਨੂੰ ਪਿਆਰ ਕਰਨਗੇ ਕਮੰਡੀ ਹੋ ਜਾਣਗੇ ਬਹੁਤ ਉਹ ਫੂੰ ਕਰਨਗੇ And this is what we see. ਅੱਜ ਕੱਲ੍ਹ ਅਸੀਂ ਇਹੀ ਕੁਝ ਦੇਖਦੇ ਹਾਂ There's a need to be adored in the church of Jesus Christ. ਹਾਂ ਜ਼ਰੂਰ ਇਹ ਸਾਡੀ ਇੱਛਾ ਹੈਗੀ ਹੈ ਕਿ ਜਿਸ ਵੇਲੇ ਪ੍ਰਭੂ ਯੀਸ਼ੂ ਮਸੀਹ ਦੀ ਮੰਡਲੀ ਜਾਂਦੇ ਆ ਕਿ ਸਾਨੂੰ ਲੋਕੀ ਤਾਰੀਫ ਕਰਨ ਤੇ ਅਸੀਂ ਫੁੱਲ ਜਾਈਏ There's this commodity culture that, if we don't like something, we throw it away and go for something new. ਤੇ ਇਸ ਤਰ੍ਹਾਂ ਲੱਗਦਾ ਕਿ ਅੱਜ ਕੱਲ੍ਹ ਇਹੋ ਜਿਹੇ ਲੋਕੀ ਹੋ ਗਏ ਸਵਾਰਥੀ ਕਿ ਹਾਂ ਕਿ ਜਿੱਥੇ ਸਾਨੂੰ ਕੁਝ ਨਹੀਂ ਚੰਗਾ ਲੱਗਦਾ ਹੈਗਾ ਅਸੀਂ ਉਹਨੂੰ ਬਾਹਰ ਕੱਢ ਕੇ ਛੱਡ ਦਈਏ ਜੇ ਸਾਨੂੰ ਕੁਝ ਜੋ ਕੁਝ ਅਸੀਂ ਚਾਹੁੰਦੇ ਆ ਜੋ ਸਾਨੂੰ ਨਹੀਂ ਮਿਲਦਾ ਤਾਂ ਅਸੀਂ ਹੋਰ ਕਿਤੇ ਚਲਾਵਾਂਗੇ Pastors and churches are more concerned to entertain people. ਮੰਡੀਆਂ ਦੇ ਵਿੱਚ ਅੱਜ ਕੱਲ੍ਹ ਕੀ ਹੋ ਰਿਹਾ ਕਿ ਹਾਂ ਕਿ ਲੋਕੀ ਆਉਣ ਆ ਕੇ ਉਹ ਆਪਣਾ ਮਨੋਰੰਜਨ ਮਨਾਉਣ And pastors are more concerned about their image amongst people rather than biblical substance. ਪਾਸਵਾਨ ਕੀ ਕਰਦੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਿ ਉਹ ਜੋ ਕੁਝ ਹੈ ਕਿ ਉਹਨਾਂ ਦੀ ਜੋ ਇੱਛਾ ਹੈਗੀ ਹੈ ਕਿ ਹਾਂ ਕਿ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਹੋਈਏ ਇਸ ਤਰੀਕੇ ਦੇ ਨਾਲ ਕਿ ਲੋਕੀ ਸਾਨੂੰ ਸ਼ਾਬਾਸ਼ ਦੇਣ ਇਹਦੇ ਬਜਾਏ ਕਿ ਉਹ ਪਰਮੇਸ਼ਵਰ ਦੀ ਬਾਈਬਲ ਦੇ ਵਚਨ ਦੇ ਮੁਤਾਬਕ ਚੱਲਣ When the church declines like this, ਜਿਸ ਵੇਲੇ ਮੰਡਲੀਆਂ ਇਸ ਵੇਲੇ ਇਸ ਤਰੀਕੇ ਦੇ ਨਾਲ ਕੱਟੀ ਜਾ ਰਹੀਆਂ ਹਨ as it has done historically in the past in different ways, ਤੇ ਬਹੁਤ ਤਰੀਕਿਆਂ ਦੇ ਨਾਲ ਪਿਛਲੇ ਪੁਰਾਣੇ ਨੇਮ ਦੇ ਵਿੱਚ ਪਿੱਛੇ ਸਮੇਂ ਦੇ ਵਿੱਚ ਇਸ ਤਰ੍ਹਾਂ ਬਹੁਤ ਵਾਰੀ ਹੋਇਆ ਵੀ ਹੈ God often chastens the church. ਪਰਮੇਸ਼ਵਰ ਕੀ ਕਰਦਾ ਜਿਸ ਵੇਲੇ ਇਸ ਤਰ੍ਹਾਂ ਦੀ ਹਾਲਤ ਹੋ ਜਾਵੇ ਪਰਮੇਸ਼ਵਰ ਤਾੜਦਾ ਨਿਆਂ ਕਰਦਾ ਮੰਡਲੀ ਦਾ As he did with Israel. ਜਿਸ ਤਰ੍ਹਾਂ ਇਜ਼ਰਾਈਲ ਦੇ ਨਾਲ ਕੀਤਾ ਪਰਮੇਸ਼ਵਰ ਨੇ So is COVID God's way of sending the church into exile and chastening it? ਕੀ ਇਹ ਜਿਹੜੀ ਕਰੋਨਾ ਵਾਇਰਸ ਹੈਗੀ ਆ ਕਿ ਪਰਮੇਸ਼ਵਰ ਇਹਦੇ ਦੁਆਰਾ ਹੀ ਉਹਨੇ ਕਰੋਨਾ ਵਾਇਰਸ ਨੂੰ ਭੇਜਿਆ ਹੈਗਾ ਕਿ ਸਾਡੇ ਉੱਤੇ ਤਾਣ ਨਾ ਲਾਵੇ ਤਾਂ ਕਿ ਅਸੀਂ ਉਸ ਜਗ੍ਹਾ ਤੇ ਪਹੁੰਚੀਏ ਕਿ ਜਿੱਥੇ ਅਸੀਂ ਤਾੜੇ ਜਾਈਏ ਤੇ ਉਹਦੀ ਵੱਲ ਮੁੜੀਏ Is it God's way of refining the worldwide church? ਕੀ ਪਰਮੇਸ਼ਰ ਦਾ ਇਰਾਦਾ ਇਹ ਆ ਕਿ ਸਾਰੀ ਦੁਨੀਆ ਦੇ ਵਿੱਚ ਜੋ ਮੰਡਲੀ ਹੈ ਇੱਕ ਕਰਕੇ ਸਦਾਉਂਦੀ ਕਿ ਉਹਨੂੰ ਉਹ ਚੰਗੀ ਤਰ੍ਹਾਂ ਉਹ ਸਾਫ਼ ਸੁਥਰਾ ਕਰੇ I don't know. Time will tell. ਮੈਨੂੰ ਨਹੀਂ ਪਤਾ ਸਮਾਂ ਦੱਸੂ But like Israel, ਇਜ਼ਰਾਈਲ ਦੀ ਤਰ੍ਹਾਂ we seem to be in an exile. ਤੇ ਅਸੀਂ ਵੀ ਇਜ਼ਰਾਈਲ ਦੀ ਵਾਂਗਰ ਇਸ ਸੀਰੀ ਦੇ ਵਿੱਚ ਲੱਗਦੇ ਹਾਂ We haven't met, we haven't gathered for worship, we're scattered. ਅਸੀਂ ਖਿੰਡੇ ਹੋਏ ਹਾਂ ਅਸੀਂ ਇਕੱਠੇ ਨਹੀਂ ਹੋਏ ਉਪਾਸਨਾ ਦੇ ਲਈ ਅਸੀਂ ਆਪਣੇ ਘਰਾਂ ਦੇ ਵਿੱਚ ਹਾਂ We're like a valley of dry bones. ਇਸ ਤਰ੍ਹਾਂ ਲੱਗਦਾ ਕਿ ਇੱਕ ਵਾਦੀ ਜਿਹੜੀ ਹੈਗੀ ਆ ਸੁੱਕੀਆਂ ਹੱਡੀਆਂ ਦੀ ਇਸ ਤਰ੍ਹਾਂ ਹਾਂ Without life, without purpose. ਕਿਸੇ ਇਰਾਦੇ ਤੋਂ ਬਗੈਰ ਕਿਸੇ ਜੀਵਨ ਤੋਂ ਬਗੈਰ We're locked in our homes. ਅਸੀਂ ਘਰਾਂ ਦੇ ਵਿੱਚ ਜਿੰਦੇ ਅੰਦਰ ਹਾਂ We're lost. We're not able to meet properly. ਅਸੀਂ ਗਵਾਚੇ ਹੋਏ ਹਾਂ ਅਸੀਂ ਚੰਗੀ ਤਰ੍ਹਾਂ ਇਕੱਠੇ ਹੋ ਕੇ ਮਿਲ ਨਹੀਂ ਸਕਦੇ We seem to be in exile. ਇਸ ਤਰ੍ਹਾਂ ਲੱਗਦਾ ਕਿ ਅਸੀਂ ਅਸੀਰੀ ਵਿੱਚ ਹਾਂ So how could God restore and revive the church and God's people? ਕਿਸ ਤਰ੍ਹਾਂ ਪਰਮੇਸ਼ਰ ਆਪਣੇ ਲੋਕਾਂ ਨੂੰ ਆਪਣੀ ਮੰਡਲੀ ਨੂੰ ਫੇਰ ਉਹ ਖੜਾ ਕਰੇ How could he take Israel back to the promised land? ਕਿਸ ਤਰ੍ਹਾਂ ਪਰਮੇਸ਼ਰ ਫੇਰ ਉਸ ਵਾਅਦੇ ਵਾਲੀ ਧਰਤੀ ਤੇ ਇਜ਼ਰਾਈਲ ਨੂੰ ਲੈ ਕੇ ਜਾਵੇ So these books here ਇਹ ਜਿਹੜੀਆਂ ਕਿਤਾਬਾਂ ਹਨ look at Israel's restoration, ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਇਜ਼ਰਾਈਲ ਨੂੰ ਫੇਰ ਮੁੜ ਕੇ ਖੜਾ ਕੀਤਾ their survival as a nation, ਕੌਮ ਦੀ ਤਰ੍ਹਾਂ ਕਿਸ ਤਰ੍ਹਾਂ ਪਰਮੇਸ਼ਰ ਨੇ ਬਚਾਇਆ so that God could carry out his promised
and eventually bring about Christ through the nation of Israel and bring a savior to the world. ਕਿਸ ਤਰ੍ਹਾਂ ਪਰਮੇਸ਼ਵਰ ਨੇ ਇਸ ਕੌਮ ਨੂੰ ਬਚਾ ਕੇ ਰੱਖਿਆ, ਕਿਸ ਤਰ੍ਹਾਂ ਪਰਮੇਸ਼ਵਰ ਨੇ ਆਪਣਾ ਇਰਾਦਾ ਪੂਰਾ ਕੀਤਾ ਕਿ ਇਜ਼ਰਾਈਲ ਕੌਮ ਨੂੰ ਵਾਪਸ ਉੱਥੇ ਲੈ ਕੇ ਜਾਵੇ ਤਾਂ ਕਿ ਪਰਮੇਸ਼ਵਰ ਆਪਣਾ ਵਾਅਦਾ ਮੁਕਤੀਦਾਤਾ ਜੋ ਕੀਤਾ ਸੀ ਉਹ ਪੂਰਾ ਕਰ ਸਕੇ। So this is what we'll be looking at through these books. ਇਹਨਾਂ ਕਿਤਾਬਾਂ ਦੇ ਵਿੱਚ ਦੀ ਅਸੀਂ ਇਹੀ ਕੁਝ ਦੇਖਾਂਗੇ। That's why I've spent a little bit of time on the context. ਤੇ ਇਸੇ ਕਰਕੇ ਜਿਹੜੀ ਕਿਤਾਬਾਂ ਹੈਗੀਆਂ ਇਹਦੇ ਵਿੱਚ ਇਹ ਜ਼ਿਕਰ ਕੀਤਾ ਹੈਗਾ। So you have an overview of where we're going. ਤੇ ਫਿਰ ਤੁਹਾਨੂੰ ਪਤਾ ਸਾਫ਼-ਸਾਫ਼ ਪਤਾ ਲੱਗਦਾ ਹੈਗਾ ਕਿ ਹਾਂ ਕਿ ਅਸੀਂ ਕਿੱਥੇ ਜਾ ਰਹੇ ਹਾਂ। So firstly, the context. Secondly, ਦੂਸਰੀ ਗੱਲ, let's look at Ezra chapters 1 through to 5. ਪਹਿਲਾ ਅਧਿਆਇ ਤੋਂ ਲੈ ਕੇ 5 ਅਧਿਆਇ ਦੀ ਅਸੀਂ ਅਜ਼ਰਾ ਦੀ ਕਿਤਾਬ 'ਚ ਦੇਖਾਂਗੇ। And briefly consider three things. ਇਹਨਾਂ ਦੇ ਵਿੱਚੋਂ ਅਸੀਂ 3 ਗੱਲਾਂ ਦੇਖਾਂਗੇ। The right priorities. ਹਾਂ ਕਿ ਸਾਡੀ ਜਿਹੜੀ ਚੀਜ਼ ਨੂੰ ਪਹਿਲ ਦੇਣੀ ਹੈ। The restoration begins. ਹਾਂ ਕਿ ਜਿਸ ਵੇਲੇ ਪਰਮੇਸ਼ਵਰ ਨੇ ਆਪਣਾ ਕੰਮ ਸ਼ੁਰੂ ਕੀਤਾ ਇਜ਼ਰਾਈਲ ਨੂੰ ਕਾਇਮ ਕਰਨ ਦੇ ਲਈ, And resistance occurs. ਫਿਰ ਜਿਹੜਾ ਕਿ ਸਾਹਮਣਾ ਵੀ ਹੋਇਆ। Firstly, the right priorities. ਪਹਿਲੀ ਗੱਲ ਜਿਹੜੀ ਹੈਗੀ ਉਹ ਦੇਖਾਂਗੇ ਕਿ ਹਾਂ ਕਿ ਪਹਿਲ ਕਿਹਨੂੰ ਦੇਣੀ। Now, the book of Ezra deals with two separate returns of God's people from exile back to Israel. ਅਜ਼ਰਾ ਦੀ ਕਿਤਾਬ ਜਿਹੜੀ 2 ਵਾਰੀ ਅਸੀਰੀ ਦੇ ਵਿੱਚ ਗਏ ਸੀਗੀ, ਉਹ 2 ਵਾਰੀ ਵਾਪਸੀ ਜਾਣਾ ਜੋ ਹੋਇਆ ਹੈਗਾ ਉਹਦੇ ਬਾਰੇ ਗੱਲ ਕਰਦੀ ਹੈ। One occurred under a leader called Zerubbabel, so that's chapters 1 to 6, and we'll be looking mainly at that today. ਪਹਿਲੀ ਗੱਲ ਹੁੰਦੀ ਹੈ ਕਿ ਜ਼ਰੂਬਾਬਲ ਦੇ ਸਮੇਂ ਦੇ ਵਿੱਚ ਹਾਂ ਕਿ 1 ਤੋਂ 6 ਵਿੱਚ ਅਸੀਂ ਦੇਖਾਂਗੇ। The second one occurred under Ezra himself, who brought the people back, and that's chapters 7 through to 10. ਫਿਰ 7ਵੇਂ 10 ਤੋਂ ਅਜ਼ਰਾ 7 ਤੋਂ 10 ਦੇ ਵਿੱਚ ਦੇਖਦੇ ਆ ਕਿ ਜਿਸ ਵੇਲੇ ਅਜ਼ਰਾ ਉੱਥੇ ਹਾਜ਼ਰ ਸੀ, ਇਹਦੇ ਸਮੇਂ ਹੋਇਆ ਕਿ ਜਿਸ ਵੇਲੇ ਵਾਪਸੀ ਹੋਈ। So the question remains, how will God get Israel back to the promised land? They're in exile. ਹੁਣ ਤਾਂ ਉਹ ਇਸ ਵੇਲੇ ਸੀਰੀ ਦੇ ਵਿੱਚ ਹਨ ਇਜ਼ਰਾਈਲ ਕੌਮ, ਤੇ ਸਵਾਲ ਇਹ ਆ ਕਿ ਪਰਮੇਸ਼ਵਰ ਇਸ ਸੀਰੀ ਦੇ ਵਿੱਚੋਂ ਕੱਢ ਕੇ ਇਸ ਕੌਮ ਨੂੰ ਇਜ਼ਰਾਈਲ ਦੇ ਵਿੱਚ ਵਾਪਸ ਕਿਸ ਤਰ੍ਹਾਂ ਲਿਜਾਵੇਗਾ। Have your Bibles open at Ezra chapter 1 verse 1. ਆਪਣੀਆਂ ਬਾਈਬਲਾਂ ਖੋਲੋ ਤੇ ਅਜ਼ਰਾ ਦੀ ਕਿਤਾਬ ਦਾ ਪਹਿਲਾ ਅਧਿਆਇ ਦੇਖੋ, You'll see the answer. ਤੁਹਾਨੂੰ ਜਵਾਬ ਮਿਲੇਗਾ। It says this, now in the first year of Cyrus king of Persia. ਅਜ਼ਰਾ ਪਹਿਲਾ ਅਧਿਆਇ ਪਹਿਲੀ ਆਇਤ, ਫਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਵਰੇ ਵਿੱਚ ਯਹੋਵਾ ਨੇ ਫਾਰਸ ਦੇ ਪਾਤਸ਼ਾਹ ਕੋਰਸ ਦਾ ਮਨ ਪ੍ਰੇਰਿਆ। That's the answer. Just hold it there. ਇੱਥੇ ਰੁਕੋ, ਦੇਖੋ ਜਵਾਬ ਇੱਥੇ ਮਿਲਦਾ। It says Cyrus king of Persia. ਫਾਰਸ ਦਾ ਰਾਜਾ ਕੋਰਸ। The Assyrian empire rose and it declined. ਫਾਰਸ ਦੇ ਜਿਹੜੇ ਸੀ ਲੋਕ ਸੀਗੇ, ਉਹ ਅੰਪਾਇਰ ਜਿਹੜਾ ਸੀਗਾ ਬਹੁਤ ਉਹਦੀ ਆਬਾਦੀ ਵੱਧ ਗਈ ਸੀਗੀ, ਸਾਰਿਆਂ ਤੇ ਰਾਜ ਕਰਦੇ ਸੀ। Babylonians, they rose and they declined. ਬੈਬਲੋਨੀਅਨ ਜਿਹੜੇ ਸੀਗੇ ਉਹ ਵੀ ਬਹੁਤ ਉੱਚੀ ਕੌਮ ਹੋਈ, ਉਹਨਾਂ ਨੇ ਵੀ ਹਮਲਾ ਕੀਤਾ, ਉਹ ਵੀ ਘਟਣ ਲੱਗ ਪਏ। These two empires took Israel into exile. ਤੇ ਜਿਹੜੇ ਕੌਮਾਂ ਆਈਆਂ ਹੈਗੀਆਂ, ਇਹਨਾਂ ਨੇ ਹਮਲਾ ਕਰਕੇ ਇਜ਼ਰਾਈਲ ਨੂੰ ਅਸੀਰੀ ਵਿੱਚ ਲੈ ਗਏ। But now in verse 1 we're introduced to another empire, the Persian empire. ਹੁਣ ਅਸੀਂ ਦੇਖਦੇ ਹਾਂ ਫਾਰਸ ਦਾ ਅੰਪਾਇਰ ਜਿਹੜਾ ਸੀਗਾ ਉਹਨੂੰ ਦੇਖਦੇ ਹਾਂ। And the king, his name is Cyrus. ਤੇ ਉਹਦਾ ਪਾਤਸ਼ਾਹ ਜਿਹੜਾ ਸੀ ਉਹਦਾ ਨਾਂ ਕੋਰਸ ਸੀ। Now what did he do? ਉਹ ਕੀ ਕਰਦਾ? He reversed the policy and he said Israel and other nations could go back to their land. ਤੇ ਉਹਨੇ ਜਿਹੜੀ ਉੱਥੇ ਕਾਨੂੰਨ ਬਣਾਇਆ ਸੀਗਾ ਕਿ ਹਾਂ ਕਿ ਅਸੀਰੀ ਦੇ ਵਿੱਚ ਰਹਿਣ, ਪਰ ਉਹਨੇ ਉਹ ਬਦਲ ਦਿੱਤਾ, ਉਲਟ ਹੋ ਕੇ ਉਹਨੇ ਕਿਹਾ ਕਿ ਹਾਂ ਕਿ ਜਿਹੜੀ ਇਜ਼ਰਾਈਲ ਕੌਮ ਆ ਉਹ ਆਪਣੇ ਦੇਸ਼ ਵਾਪਸ ਜਾਵੇ। Why did he do this? ਕਿਉਂ ਉਹਨੇ ਇਹ ਕੀਤਾ? Probably for political reasons. ਹੋ ਸਕਦਾ ਕਿ ਇਹ ਸਿਆਸਤ ਦੀ ਗੱਲ ਹੋਵੇ। He thought it's easier to govern people and other nations if you allow them to return to their own land and worship their own gods. It was a political move. ਸਿਆਸਤ ਦੀ ਇਹ ਚਾਲ ਸੀਗੀ ਹਾਂ ਕਿ ਉਹ ਰਾਜੇ ਨੇ ਸੋਚਿਆ ਕਿ ਹਾਂ ਕਿ ਇਸ ਦੇਸ਼ ਦੇ ਜੋ ਲੋਕ ਹੈਗੇ ਆ ਉਹ ਮੇਰੇ ਲਈ ਸੌਖਾ ਹੋਣਗੇ ਇਹਨਾਂ ਤੇ ਰਾਜ ਕਰਨਾ, ਪਰ ਜਿਹੜੀ ਆਪਣੀ ਕੌਮ ਹੈਗੀ ਆ ਜੇ ਆਪਣੇ ਵਾਪਸ ਚਲੇ ਜਾਣ ਉੱਥੇ ਦੇ ਦੇਸ਼ ਦੇ ਉੱਥੇ ਦੇ ਲੋਕ ਜਿਹੜੇ ਹੈ ਆਪਣੀ ਰਖਵਾਲੀ ਕਰਨ। But look at verse 1 again. ਪਹਿਲੀ ਆਇਤ ਅਸੀਂ ਫਿਰ ਦੇਖੀਏ। It says, now in the first year of Cyrus, king of Persia, that the word of the Lord by the mouth of Jeremiah might be fulfilled, the Lord stirred up the spirit of Cyrus, king of Persia. Isn't that amazing? ਇੰਨੀ ਖੋਣੀ ਗੱਲ ਹੈਗੀ ਹੈ। ਪਹਿਲਾ ਅਧਿਆਇ ਪਹਿਲੀ ਆਇਤ ਦੇ ਵਿੱਚ ਅਜ਼ਰਾ ਦੀ ਕਿਤਾਬ, ਫਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਵਰੇ ਵਿੱਚ ਯਹੋਵਾ ਨੇ ਫਾਰਸ ਦੇ ਪਾਤਸ਼ਾਹ ਕੋਰਸ ਦਾ ਮਨ ਪ੍ਰੇਰਿਆ, ਭਾਈ ਇਸ ਜਰਮਾਇਆ ਦੇ ਮੂੰਹੋਂ ਉਚਾਰਿਆ ਯਹੋਵਾ ਦਾ ਵਚਨ ਪੂਰਾ ਹੋਵੇ। God had said through Jeremiah the prophet, ਪਰਮੇਸ਼ਵਰ ਨੇ
ਜਰਮਾਇਆ ਨਬੀ ਦੇ ਮੂੰਹ ਦੇ ਦੁਆਰਾ ਇਹ ਲਫ਼ਜ਼ ਕਹਾਏ ਸੀ। Chapter 29, verse 10, that after 70 years I will cause you to return and come back to Israel because I have my thoughts towards you are good and I have a future and a plan for you. ਤੇ ਜਰਮਾਇਆ 29:11 ਵਿੱਚ ਕਹਿੰਦਾ ਕਿ ਉੱਥੇ ਲਿਖਦਾ ਕਿ ਹਾਂ ਕਿ ਜਿਹੜੇ ਕਿ ਕੌਮ ਦੇ ਵਿੱਚ ਸੀਰੀ ਵਿੱਚ ਲਿਖਿਆ ਕਿ ਹਾਂ ਕਿ ਮੈਂ ਤੁਹਾਨੂੰ ਵਾਪਸੀ ਲੈ ਕੇ ਆਵਾਂਗਾ, ਜਿਹੜੇ ਮੇਰੇ ਇਰਾਦੇ ਤੁਹਾਡੇ ਵਾਸਤੇ ਹਨ ਉਹ ਅੱਛੇ ਹਨ। So God is working behind the scenes, ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਇਹਨਾਂ ਵਚਨਾਂ ਦੇ ਪਿੱਛੇ ਹੈ, fulfilling his plans even though rulers and dictators like Cyrus ਹਾਂ ਦੇਖਦੇ ਹਾਂ ਕਿ ਉੱਥੇ ਜਿਹੜੇ ਬਹੁਤ ਸਾਰੇ ਬਾਦਸ਼ਾਹ ਆਏ ਹੈਗੇ ਆ, ਜਿਹੜੇ ਕਿ ਬਹੁਤ ਬੁਰੇ ਰਾਜਾ ਸੀ ਉਹ ਵੀ ਆਏ ਹੈਗੇ ਆ, ਬਹੁਤ ਸਾਰੇ ਤਰ੍ਹਾਂ ਦੇ ਲੋਕ ਆਏ ਹੈਗੇ ਆ, ਪਰ ਅਸੀਂ ਇੱਥੇ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਇਹਦਾ ਮਨ ਉਚਾਰਿਆ। Even though they're making their plans, God is fulfilling his purposes and making his plans and doing his will. ਭਾਵੇਂ ਆਜਰਾ ਇੱਥੇ ਉਹ ਕਹਿ ਰਿਹਾ ਹੈਗਾ ਕਿ ਆਪਣੇ ਲੋਕ ਜਿਹੜੇ ਉਹ ਇਹ ਇਰਾਦਾ ਬਣਾ ਰਿਹਾ ਕਿ ਆਪੇ ਵਾਪਸੀ ਇਹ ਇਜ਼ਰਾਈਲ ਕੌਮ ਜਿਹੜੀ ਹੈ ਵਾਪਸੀ ਜਾਵੇ, ਪਰ ਇਹਨਾਂ ਗੱਲਾਂ ਦੇ ਪਿੱਛੇ ਪਰਮੇਸ਼ਵਰ ਦਾ ਹੱਥ ਹੈਗਾ, ਪਰਮੇਸ਼ਵਰ ਹੈ ਜੋ ਕੁਝ ਕਰਾ ਰਿਹਾ। We have been in exile in our homes. ਅਸੀਂ ਆਪਣੇ ਘਰਾਂ ਦੇ ਵਿੱਚ ਹੀ ਅਸੀਰੀ ਦੇ ਵਿੱਚ ਹਾਂ। We've not been able to meet in churches properly. ਮੰਡਲੀ ਦੇ ਵਿੱਚ ਆ ਕੇ ਅਸੀਂ ਚੰਗੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਸੰਗਤ ਨਹੀਂ ਕਰ ਸਕੇ। Why? ਕਿਉਂ? Because the rulers and the authorities tell us it's safe for us, it's for our own medical health, and that's good. ਕਿਉਂਕਿ ਸਰਕਾਰ ਜਿਹੜੀ ਹੈਗੇ ਆ, ਜਿਹੜੇ ਆਗੂਏ ਹੈਗੇ ਆ, ਪ੍ਰਧਾਨ ਮੰਤਰੀ ਹੈਗੇ, ਉਹ ਸਾਡੀ ਭਲਾਈ ਦੇ ਲਈ ਕਹਿ ਰਹੇ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤਾਂ ਕਿ ਸਾਡੀ ਜਿਹੜੀ ਇਹ ਸੁਰੱਖਿਆ ਹੋ ਸਕੇ, ਇਹ ਸਾਡੇ ਵਾਸਤੇ ਚੰਗਾ ਹੈ। And these are political decisions ਇਹ ਸਿਆਸਤ ਦੇ ਫੈਸਲੇ ਹਨ that Boris Johnson and his cabinet are making. ਜਿਹੜੇ ਮੰਤਰੀ ਹੈ ਬੋਰਿਸ ਜੌਨਸਨ ਤੇ ਉਹਦੇ ਜਿਹੜੇ ਸਾਥੀ ਹੈਗੇ ਉਹ ਇਹ ਫੈਸਲੇ ਕਰਦੇ ਹਨ। And other leaders around the world. ਦੁਨੀਆ ਦੇ ਵਿੱਚ ਹੋਰ ਸਿਆਸਤ ਦੇ ਜਿਹੜੇ ਆਗੂਏ ਹਨ ਉਹ ਵੀ ਇਹੀ ਫੈਸਲੇ ਕਰਦੇ ਹਨ। ਪਰ God has his purposes in it. ਇਹਦੇ ਵਿੱਚ ਪਰਮੇਸ਼ਵਰ ਦਾ ਇਰਾਦਾ ਹੈ। And God could be chastening his worldwide church. ਹੋ ਸਕਦਾ ਕਿ ਪਰਮੇਸ਼ਵਰ ਸਾਰੀ ਦੁਨੀਆ ਦੇ ਵਿੱਚ ਜੋ ਮੰਡਲੀ ਹੈ, ਉਹਦੀ ਆਪਣੀ ਮੰਡਲੀ ਹੈ, ਉਹਨੂੰ ਤਾੜ ਰਿਹਾ ਹੋਵੇ। And now ਹੁਣ ਇਸ ਵੇਲੇ decisions have been made that we can open up more. ਹੁਣ ਫੈਸਲੇ ਹੋ ਰਹੇ ਆ ਕਿ ਇਹ ਜਿਹੜਾ ਸਮਾਜ ਹੈ ਖੁੱਲ ਰਿਹਾ ਸਾਡੇ ਵਾਸਤੇ। Political decisions, leaders are making them, but God is behind it. ਹਾਂ ਜਿਹੜੇ ਸਿਆਸਤ ਲੋਕ ਹਨ ਉਹ ਫੈਸਲੇ ਕਰ ਰਹੇ ਹਨ, ਜਿਹੜੇ ਪ੍ਰਧਾਨ ਮੰਤਰੀ ਉਹ ਫੈਸਲੇ ਕਰਦੇ ਹਨ, ਪਰ ਇਹਨਾਂ ਫੈਸਲਿਆਂ ਦੇ ਪਿੱਛੇ ਕੌਣ ਹੈ? ਪਰਮੇਸ਼ਵਰ ਹੈ। Because God has his plans and his purposes for the church and his people in the world. ਹਾਂ ਕਿਉਂ ਪਰਮੇਸ਼ਵਰ ਕਰ ਰਿਹਾ ਹੈਗਾ? ਕਿਉਂਕਿ ਪਰਮੇਸ਼ਵਰ ਦੇ ਲੋਕਾਂ ਦੇ ਜਿਹੜੇ ਉਹਦੇ ਆਪਣੇ ਲੋਕ ਹੈਗੇ, ਜਿਹੜੇ ਦੁਨੀਆ ਦੇ ਵਿੱਚ ਮੰਡਲੀਆਂ ਹਨ, ਉਹਨਾਂ ਦੇ ਲਈ ਪਰਮੇਸ਼ਵਰ ਦੀ ਯੋਜਨਾ ਹੈ। So Cyrus allows the Israelites to go back and he puts it in writing in verse 2. ਦੂਸਰੀ ਆਇਤ ਵਿੱਚ ਦੇਖਦੇ ਹਾਂ ਕਿ ਪਾਤਸ਼ਾਹ ਕੁਰਸ ਜਿਹੜਾ ਸੀਗਾ ਉਹਨੇ ਲਿਖਤਾਂ ਦੇ ਵਿੱਚ ਵੀ ਲਿਖ ਕੇ ਦੇ ਦਿੱਤਾ ਕਿ ਕੌਮ ਜਿਹੜੀ ਇਜ਼ਰਾਈਲ ਹੈ ਉਹ ਆਪਣੇ ਦੇਸ਼ ਵਾਪਸ ਜਾਵੇ। In chapter 2 verse 64 and 65, this first return of the people of Israel, ਦੂਸਰਾ ਅਧਿਆਇ ਤੇ 64 ਆਇਤ ਵਿੱਚ ਲਿਖਿਆ ਹੈ ਕਿ ਸਾਰੀ ਦੀ ਸਾਰੀ ਸਭਾ ਬੇਤਾਨੀ ਹਾਜ਼ਰ ਕੀ 300। yeah, you don't need to read it. So it tells us that it's almost about 50,000 people, including the servants, that go back, just under 50,000. ਹਾਂ ਕਿ ਇੱਥੇ ਦੱਸਿਆ ਹੈਗਾ ਕਿ 50,000 ਲੋਕ ਜਿਹੜੇ ਹੈਗੇ ਆ ਉਹ ਪਿੱਛੇ ਆਪਣੇ ਦੇਸ਼ ਇਜ਼ਰਾਈਲ ਦੀ ਧਰਤੀ ਜਿਹੜੀ ਪਰਮੇਸ਼ਰ ਨੇ ਦਿੱਤੀ ਸੀ ਉੱਥੇ ਵਾਪਸ ਜਾਣ। Now, what is the priority when they go back? ਉਹਨਾਂ ਦੇ ਲਈ ਉਹਨਾਂ ਨੇ ਪਹਿਲ ਕਿਹੜੀ ਚੀਜ਼ ਨੂੰ ਦੇਣੀ ਸੀ ਜਿਸ ਵੇਲੇ ਉਹ ਵਾਪਸੀ ਜਾਂਦੇ? What is the first thing that they want to do? ਉਹਨਾਂ ਨੇ ਪਹਿਲੀ ਚੀਜ਼ ਕਿਹੜੀ ਕਰਨੀ ਸੀ? ਪਹਿਲਾ ਕੰਮ ਕਿਹੜਾ ਕਰਨਾ ਸੀ? Is it build their houses? ਕੀ ਉਹ ਆਪਣੇ ਘਰ ਜਾ ਕੇ ਪਹਿਲਾਂ ਬਣਾਉਣ? Is it build the city of Jerusalem and its walls? ਕੀ ਉਹ ਜਿਹੜੇ ਜਰੂਸਲਮ ਬਰਬਾਦ ਹੋ ਚੁੱਕਾ ਸੀਗਾ ਉਹਦੀਆਂ ਦੀਵਾਰਾਂ ਬਣਾਉਣ? Chapter 3 and verse 1 tells us ਤੀਸਰਾ ਅਧਿਆਇ ਪਹਿਲੀ ਆਇਤ ਸਾਨੂੰ ਦੱਸਦੀ ਆ that in the 7th month that the children of Israel were in the cities and the people gathered together as one man to Jerusalem. ਤੀਸਰਾ ਅਧਿਆਇ ਪਹਿਲੀ ਆਇਤ ਦੱਸਦੀ ਆ ਜਦੋਂ 7ਵਾਂ ਮਹੀਨਾ ਆਇਆ ਤੇ ਇਜ਼ਰਾਈਲੀ ਨਗਰੀ ਵਸ ਗਏ
ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। There are thousands there. ਹਜ਼ਾਰਾਂ ਦੇ ਹਿਸਾਬ ਨਾਲ ਸੀ ਉੱਥੇ ਲੋਕ। But it says they're gathered as one man. There's a unity. ਇਸ ਤਰ੍ਹਾਂ ਲੱਗਦਾ ਕਿ ਉਹ ਇੱਥੇ ਲਿਖਿਆ ਆ ਕਿ ਹਾਂ ਕਿ ਉਹ ਭਾਵੇਂ ਹਜ਼ਾਰਾਂ ਦੇ ਹਿਸਾਬ ਸੀ, ਪਰ ਇੱਥੇ ਲਿਖਿਆ ਕਿ ਇੱਕ ਮਨੁੱਖ ਇੱਕ ਮਨ ਹੋ ਕੇ ਇਕੱਠੇ ਹੋਏ। There's a shared purpose. There's a shared goal. There's a shared vision. ਹਾਂ ਕਿ ਉਹਨਾਂ ਦਾ ਦਰਸ਼ਨ ਇੱਕ ਸੀ, ਉਹਨਾਂ ਦਾ ਇਕੱਠਾ ਹੋਣਾ ਇੱਕ ਸੀਗਾ, ਜੋ ਉਹਨੇ ਕੰਮ ਕਰਨਾ ਸੀ ਉਹ ਵੀ ਇੱਕ ਸੀ। I have this hand here. ਭਾਈ ਦਾ ਹੱਥ ਹੈਗਾ, 4 fingers, 1 thumb. 4 ਉਂਗਲਾਂ ਤੇ ਇੱਕ ਅੰਗੂਠਾ ਹੈ। If I pick up this glass of water, ਜੇ ਇਸ ਪਾਣੀ ਨੂੰ ਗਲਾਸ ਦਾ ਪਾਣੀ ਨੂੰ ਚੱਕਾਂ, all my fingers and my thumb are working in unity. ਅਸੀਂ ਦੇਖਦੇ ਹਾਂ ਕਿ 5 ਉਂਗਲਾਂ ਤੇ ਅੰਗੂਠਾ ਜੋ ਹੈ ਉਹ ਸਾਰੀਆਂ ਰਲ ਕੇ ਕੰਮ ਕਰਦੀਆਂ ਗਲਾਸ ਚੱਕਣ ਨੂੰ, As one hand. ਇੱਕ ਹੱਥ ਬਣ ਕੇ। This is how the church should operate. ਇਸੇ ਤਰ੍ਹਾਂ ਮੰਡਲੀ ਵੀ ਕੰਮ ਕਰੇ। We're all different, ਅਸੀਂ ਫਰਕ ਹਾਂ, but there's one goal, one purpose. That is to glorify Christ. ਇੱਕ ਸਾਡਾ ਨਿਸ਼ਾਨਾ ਹੈਗਾ, ਇੱਕ ਸਾਡਾ ਇਰਾਦਾ ਹੈਗਾ, ਉਹ ਇਹ ਆ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਉਪਾਸਨਾ ਦਈਏ, ਉਹਦੀ ਮਹਿਮਾ ਕਰੀਏ। And to see unbelievers saved and people to grow. ਅਸੀਂ ਇਹ ਵੀ ਦੇਖੀਏ ਕਿ ਜਿਹੜੇ ਅਨਵਿਸ਼ਵਾਸੀ ਆ ਉਹ ਬਚਾਏ ਜਾਣ, ਉਹ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਉન્નਤੀ ਕਰਨ। Israel gathered as one man. ਇਜ਼ਰਾਈਲ ਕੌਮ ਹਜ਼ਾਰਾਂ ਦੇ ਹਿਸਾਬ ਦੇ ਨਾਲ ਇੱਕ ਮਨੁੱਖ ਹੋ ਕੇ ਇਕੱਠੀ ਹੋਈ। And what was the first thing they did? ਪਹਿਲਾ ਕੰਮ ਕਿਹੜਾ ਸੀ ਉਹਨਾਂ ਨੇ What was ਕੀਤਾ? their priority? ਪਹਿਲੀ ਪਹਿਲ ਉਹਨਾਂ ਨੇ ਕਿਹਨੂੰ ਦਿੱਤੀ? The first priority was to build God's temple. ਪਹਿਲਾ ਉਹਨਾਂ ਦਾ ਨਿਸ਼ਾਨਾ ਕੀ ਸੀ? ਪਹਿਲ ਕਿਹਨੂੰ ਦਿੱਤੀ? ਤਾਂ ਹਾਂ ਕਿ ਪਰਮੇਸ਼ਰ ਦੀ ਜੋ ਹੈਕਲ ਹੈ ਉਹ ਬਣਾਈ ਜਾਵੇ। The house of God where God dwelt in the Old Testament in Jerusalem. ਪਰਮੇਸ਼ਰ ਉੱਥੇ ਹੋਵੇ, ਉਹਦੀ ਹੈਕਲ ਬਣਾਈ ਜਾਵੇ, ਜਿਸ ਤਰ੍ਹਾਂ ਪਹਿਲਾਂ ਯਰੂਸ਼ਲਮ ਵਿੱਚ ਵਾਸ ਕਰਦਾ ਸੀਗਾ, ਉਹ ਹੈਕਲ ਬਣਾਈ ਜਾਵੇ ਤਾਂ ਕਿ ਪਰਮੇਸ਼ਰ ਉੱਥੇ ਆ ਕੇ ਲੋਕਾਂ ਨੂੰ But ਮਿਲੇ। even before that, they had another priority. ਪਰ ਉਸ ਤੋਂ ਪਹਿਲਾਂ ਵੀ ਇੱਕ ਹੋਰ ਵੀ ਉਹਨਾਂ ਨੂੰ ਪਹਿਲ ਦੇਣੀ ਸੀ ਕਿਸੇ ਗੱਲ Verse ਨੂੰ। 2 tells us ਦੂਸਰੀ ਗੱਲ ਸਾਨੂੰ ਦੱਸਦੀ, they built an altar, ਉਹਨਾਂ ਨੇ ਜਗਵੇਦੀ ਬਣਾਈ, the altar of God, ਪਰਮੇਸ਼ਰ ਦੇ ਅੱਗੇ ਪਰਮੇਸ਼ਰ ਦੀ ਜਗਵੇਦੀ and ਬਣਾਈ, they offered burnt offerings on it. ਤੇ ਉਹਦੇ ਉੱਤੇ ਉਹਨਾਂ ਨੇ ਹੋਮ ਬਲੀ ਚੜਾਈ। Verse 3 tells us they offered offerings morning and evening. ਉੱਥੇ ਦੱਸਿਆ ਤੀਸਰੀ ਆਇਤ ਦੇ ਵਿੱਚ ਕਿ ਉਹ ਹੋਮ ਬਲੀ ਜਿਹੜੀ ਸੀ ਸਵੇਰ ਦੇ ਵੇਲੇ ਤੇ ਸਾਂਝ ਦੇ ਵੇਲੇ ਉਹ ਚੜਾਉਂਦੇ And ਸੀ। they kept the Feast of Tabernacles. ਤੇ ਉਹਨਾਂ ਨੇ ਉਹ ਜਿਹੜਾ ਕਿ ਤਿਉਹਾਰ ਸੀਗਾ ਤੰਬੂ ਦਾ ਉਹ ਮਨਾਉਂਦੇ ਸੀ। Can you see their priority? ਕੀ ਤੁਸੀਂ ਦੇਖਦੇ ਆ ਕਿ ਉਹਨਾਂ ਨੇ ਪਹਿਲ ਕਿਹਨੂੰ ਦਿੱਤੀ? Was not themselves. ਉਹ ਇਹ ਨਹੀਂ ਸੀ ਕਿ ਉਹਨੇ ਆਪਣੇ ਆਪ ਨੂੰ ਪਹਿਲਾਂ ਦਿੱਤਾ। Their first priority was God and to offer him sacrifices. ਪਹਿਲਾਂ ਉਹਨਾਂ ਦੇ ਪਹਿਲ ਉਹਨਾਂ ਨੇ ਇਸ ਗੱਲ ਨੂੰ ਦਿੱਤੀ, ਹਾਂ ਕਿ ਉਹਨਾਂ ਨੇ ਪਰਮੇਸ਼ਰ ਨੂੰ ਪਹਿਲ ਦਿੱਤੀ, ਜੋ ਉਹਨਾਂ ਨੇ ਜਗਵੇਦੀ ਦੇ ਉੱਤੇ ਹੋਮ ਬਲੀ ਚੜਾਈ, ਉਹਨਾਂ ਦੇ ਪਹਿਲ ਉਸ ਚੀਜ਼ ਨੂੰ ਦਿੱਤੀ। They did this, chapter 3 verse 6 says, even before the temple was built. ਤੇ ਤੀਸਰਾ ਅਧਿਆਇ 6ਵੇਂ ਦੱਸਦੇ ਆ ਕਿ ਹਾਂ ਕਿ ਹੈਕਲ ਬਣਨ ਤੋਂ ਪਹਿਲਾਂ ਇਹ ਹੋਮ ਬਲੀ ਚੜਾਈ ਤੇ ਪਰਮੇਸ਼ਰ ਦੀ ਉਪਾਸਨਾ And ਕੀਤੀ। verse 7 tells us they gave money to help with the building of the temple. ਤੇ ਉੱਥੇ ਦੱਸਿਆ ਹੈ 7ਵੀਂ ਆਇਤ ਦੇ ਵਿੱਚ ਕਿ ਹਾਂ ਕਿ ਉਹਨਾਂ ਨੇ ਪੈਸੇ ਦਿੱਤੇ ਕਿ ਜਿਹੜੇ ਕਾਰੀਗਰ ਸੀ ਉਹ ਮੰਦਰ ਹੈਕਲ ਬਣਾਉਣ। Their first priority was the worship of God. ਪਹਿਲ ਉਹਨਾਂ ਨੇ ਕਿਸ ਚੀਜ਼ ਨੂੰ ਦਿੱਤੀ? ਹਾਂ ਕਿ ਪਰਮੇਸ਼ਰ ਦੀ ਉਹ ਉਪਾਸਨਾ ਕਰਨ। In the New Testament there are no temples anymore. ਨਵੇਂ ਨੇਮ ਦੇ ਵਿੱਚ ਕੋਈ ਹੈਕਲ ਨਹੀਂ ਹੈ। There's no house of God. ਪਰਮੇਸ਼ਰ ਦਾ ਘਰ ਇੱਟਾਂ ਦੇ ਨਾਲ This ਬਣਾਇਆ ਹੋਇਆ building ਨਹੀਂ is ਹੈ। not the house of God. ਤੇ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੇ ਇੱਟਾਂ ਦੇ ਘਰ ਦੇ ਵਿੱਚ ਨਹੀਂ ਹੈ। Cathedrals or anything, that's not where God dwells. ਕੈਥੀਡਰਲ ਜਿਹੜੇ ਉੱਚੇ ਉੱਚੇ ਬਣਾਏ ਹੋਏ ਹੈਗੇ ਆ, ਉਹਨਾਂ ਦੇ ਵਿੱਚ ਨਹੀਂ ਪਰਮੇਸ਼ਰ ਵਾਸ ਕਰਦਾ। Now our bodies are temples of the Holy Spirit. ਹਾਂ ਜ਼ਰੂਰ ਹੈ ਕਿ ਜਿਹੜੀਆਂ ਸਾਡੀਆਂ ਦੇਹਾਂ ਹਨ ਉਹ ਸਾਡੇ ਪਵਿੱਤਰ ਆਤਮਾ ਪਰਮੇਸ਼ਰ ਦਾ ਹੈਕਲ ਹੈ। And the first thing that we should do ਪਹਿਲੀ ਗੱਲ ਜਿਹੜੀ ਹੈ ਸਾਨੂੰ ਕਰਨੀ ਚਾਹੀਦੀ ਉਹ ਇਹ ਹੈ is build our lives so that they glorify Christ, ਆਪਣੇ- glorify God. ਆਪਣੇ ਜੀਵਨਾਂ ਨੂੰ ਸੁਧਾਰੀਏ ਬਣਾਈਏ ਤਾਂ ਕਿ ਪਹਿਲ ਅਸੀਂ ਦਈਏ ਕਿ ਅਸੀਂ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੀਏ। There are no altars anymore, no sacrifices anymore. ਅੱਜ ਕੱਲ ਜਗਵੇਦੀਆਂ ਹੈ ਨਹੀਂ, ਕੋਈ ਕੁਰਬਾਨੀਆਂ ਨਹੀਂ ਕੀਤੀਆਂ We ਜਾਂਦੀਆਂ। don't come to church and offer sacrifices. ਹਾਂ ਕਿ ਹਾਂ ਜ਼ਰੂਰ ਹੈ ਕਿ ਆਪਣੇ ਆਪ ਨੂੰ ਮੰਡੀ ਦੇ ਵਿੱਚ ਆ ਕੇ ਅਸੀਂ ਪਰਮੇਸ਼ਰ ਦੇ ਅੱਗੇ ਚੜਾਉਂਦੇ ਹੈਗੇ Because the ਕੁਰਬਾਨੀ। sacrifice has been made. Jesus died on the cross. ਹਾਂ ਜਿਹੜੀ ਇੱਕ ਕੁਰਬਾਨੀ ਸੀਗੀ ਉਹ ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਦੇ ਉੱਤੇ ਆ ਕੇ ਇੱਕੋ ਵਾਰੀ ਉਹ ਚੜਾ ਦਿੱਤੀ ਹੈ। The first thing we should do is remember his death and his crucifixion and the price that he paid. ਹਾਂ ਪਹਿਲੀ ਗੱਲ ਅਸੀਂ ਯਾਦ ਰੱਖੀਏ ਕਿ ਹਾਂ ਕਿ ਜੋ ਉਹਨੇ ਦੁੱਖ ਸਲੀਬ ਦੇ ਉੱਤੇ ਚੱਲਿਆ, ਜੋ ਉਹਨੇ ਕੁਰਬਾਨੀ ਸਾਡੇ ਪਾਪਾਂ ਦੇ ਲਈ ਚੱਲੀ, ਅਸੀਂ ਉਹਨੂੰ ਯਾਦ ਕਰੀਏ। And to remember this
ਅਸੀਂ ਇਹ ਵੀ ਯਾਦ ਰੱਖੀਏ This should be our priority. ਸਾਡੇ ਜੀਵਨਾਂ ਦੇ ਵਿੱਚ ਪਹਿਲ ਹੋਣੀ ਚਾਹੀਦੀ ਹੈ ਕਿਸੇ ਚੀਜ਼ ਦੀ To desire to glorify Him and to build our lives as temples of the Holy Spirit so that they are holy. ਹਾਂ ਪਹਿਲ ਕਿਹਨੂੰ ਦੇਣੀ ਚਾਹੀਦੀ ਹੈ ਕਿ ਪ੍ਰਭੂ ਯੀਸ਼ੂ ਮਸੀਹ ਨੂੰ ਪਹਿਲ ਦੇਣੀ ਚਾਹੀਦੀ ਹੈ ਕਿ ਤਾਂ ਕਿ ਅਸੀਂ ਆਪਣੇ ਜੀਵਨਾਂ ਨੂੰ ਬਣਾਈਏ ਅਸੀਂ ਆਪਣੇ ਪਵਿੱਤਰ ਆਤਮਾ ਪਰਮੇਸ਼ਰ ਦੀ ਪ੍ਰਭੂ ਯੀਸ਼ੂ ਮਸੀਹ ਦੀ ਪਵਿੱਤਰ ਆਤਮਾ ਪਰਮੇਸ਼ਰ ਦੀ ਅਸੀਂ ਇਬਾਦਤ ਕਰ ਸਕੀਏ ਆਪਣੇ ਆਪ ਨੂੰ ਅਸੀਂ ਉਹਨਾਂ ਦੇ ਅੱਗੇ ਜੀਵਨਾ ਪਵਿੱਤਰ ਜੀਵਨ ਕੋ ਕੁਰਬਾਨ ਕਰ Brother, ਸਕੀਏ sister, we need to come out of our exile. We need to start building our spiritual lives. ਹਾਂ ਭੈਣੋ ਤੇ ਭਰਾਵੋ ਜ਼ਰੂਰ ਆ ਕਿ ਅਸੀਂ ਆਪਣੇ ਘਰਾਂ ਦੇ ਵਿੱਚੋਂ ਉਸੀਰੀ ਦੇ ਵਿੱਚੋਂ ਨਿਕਲ ਕੇ ਆਈਏ ਤਾਂ ਕਿ ਅਸੀਂ ਆਪਣੇ ਜੀਵਨ ਜੋ ਹੈ ਉਹ ਪ੍ਰਭੂ ਦੇ ਨਾਮ ਵਿੱਚ ਬਣਾ ਸਕੀਏ We need to gather as one man with one purpose to remember Christ on the altar and be thankful to Him. ਜ਼ਰੂਰ ਹੈ ਕਿ ਅਸੀਂ ਬਾਹਰ ਆ ਕੇ ਇੱਕ ਮਨੁੱਖ ਹੋ ਕੇ ਏਕਤਾ ਦੇ ਵਿੱਚ ਇਕੱਠੇ ਹੋਈਏ ਤਾਂ ਕਿ ਸਾਡੇ ਜੀਵਨ ਬਣ ਤਾਂ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਉਸ ਜਗਵੇਦੀ ਦੇ ਉੱਤੇ ਜੋ ਉਹਨੇ ਕੁਰਬਾਨੀ ਆਪਣੇ ਆਪ ਨੂੰ ਦਿੱਤੀ ਸੀ ਉਹਨੂੰ ਯਾਦ ਰੱਖੀਏ The Bible says, do not forsake the assembling of yourselves together. ਬਾਈਬਲ ਸਾਨੂੰ ਦੱਸਦੀ ਆ ਕਿ ਤੁਸੀਂ ਇਕੱਠੇ ਹੋਣਾ ਨਾ ਛੱਡੋ YouTube, Zoom was a temporary tool to help us through the pandemic period. ਇਹ ਜਿਹੜੀ ਬਿਮਾਰੀ ਦੇ ਕਾਰਨ ਜੋ ਅਸੀਂ ਘਰਾਂ ਦੇ ਵਿੱਚ ਜਿੰਦੇ ਅੰਦਰ ਸੀਗੇ YouTube ਜਿਹੜੀ ਸੀਗੀ ਤਾਂ ਜਿਹੜੀ ਕਿ Zoom ਸੀਗੀ ਉਹ ਥੋੜੇ ਵਾਸਤੇ ਇਹ ਕੰਮ ਇਸਤੇਮਾਲ ਕੀਤਾ ਗਿਆ But it's not the real thing. ਇਹ ਅਸਲੀਅਤ ਨਹੀਂ ਹੈ ਮੰਡਲੀ ਅਸਲੀਅਤ ਵਿੱਚ ਨਹੀਂ ਹੈ Some people love making models of planes. ਬਹੁਤ ਸਾਰੇ ਲੋਕੀ ਹੈਗੇ ਆ ਕਿ ਜਿਹੜੇ ਕਿ ਛੋਟੇ ਛੋਟੇ ਪਲੇਨਸ ਹੈਗੇ ਆ ਜਹਾਜ਼ ਹੈਗੇ ਆ ਉਹ ਉਹਨਾਂ ਨੂੰ ਸ਼ੌਕ ਹੈਗਾ ਬਣਾਉਣ ਦਾ And it feels good when it's done. ਤੇ ਉਹ ਅੱਛਾ ਮਹਿਸੂਸ ਕਰਦੇ ਆ ਜਿਸ ਵੇਲੇ ਪੂਰੇ ਦਾ ਪੂਰਾ ਜਹਾਜ਼ ਬਣਾ ਲੈਂਦੇ ਆ And they put it on display. ਫਿਰ ਉਹ ਦਿਖਾਉਣ ਦੀ ਉੱਚੀ ਜਗ੍ਹਾ ਤੇ ਰੱਖ ਦਿੰਦੇ ਆ But it's not the real thing. ਪਰ ਉਹ ਅਸਲੀ ਚੀਜ਼ ਨਹੀਂ ਹੈ We want to get into a plane and travel and have the real experience. That is the real thing. ਹਾਂ ਜਿਹੜੀ ਅਸਲੀ ਜਹਾਜ਼ ਹੈ ਅਸੀਂ ਉਹਦੇ ਵਿੱਚ ਚੜ੍ਹ ਕੇ ਉਹਦੇ ਵਿੱਚ ਬੈਠ ਕੇ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ ਜਾ ਸਕਦੇ ਹਾਂ ਉਹ ਹੀ ਅਸਲੀ ਜਹਾਜ਼ ਹੈ The church on social media is a model plane. It's not the real thing. ਜੋ ਸੋਸ਼ਲ ਮੀਡੀਆ ਦੇ ਉੱਤੇ ਜ਼ੂਮ ਦੇ ਉੱਤੇ YouTube ਦੇ ਉੱਤੇ ਮੰਡਲੀ ਇਕੱਠੀ ਹੁੰਦੀ ਹੈ ਉਹ ਅਸਲੀ ਨਹੀਂ ਹੈ ਉਹ ਇੱਕ ਮਾਡਲ ਦੀ ਤਰ੍ਹਾਂ ਹੈਗਾ ਕਿ ਨਕਲੀ ਜੋ ਬਣਾਇਆ ਜਾਂਦਾ Now we need to make Christ our priority and have the real thing. ਹਾਂ ਜ਼ਰੂਰ ਹੈ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਪਹਿਲ ਦਈਏ ਤੇ ਜਿਹੜੀ ਅਸਲੀ ਪ੍ਰਭੂ ਯੀਸ਼ੂ ਮਸੀਹ ਦੀ ਮੰਡਲੀ ਹੈ ਉਹਨੂੰ ਅਸੀਂ ਸਾਬਤ ਕਰੀਏ ਉਹਨੂੰ ਅਸੀਂ ਬਣਾਈਏ Because it is God who takes us back out of our exile. ਹਾਂ ਜ਼ਰੂਰ ਹੈ ਕਿ ਪਰਮੇਸ਼ਵਰ ਹੀ ਹੈ ਜਿਹੜਾ ਕਿ ਸਾਨੂੰ ਸਾਡੀ ਅਸੀਰੀ ਦੇ ਵਿੱਚੋਂ ਕੱਢ ਕੇ ਲੈ ਆਉਂਦਾ ਹੈ So that's the right priority. ਇਹ ਸਹੀ ਪਹਿਲ ਹੈ Secondly, the restitution begins. ਹਾਂ ਦੂਸਰੀ ਗੱਲ ਹੈ ਕਿ ਜਿਹੜਾ ਕਿ ਸਭ ਕੁਝ ਠੀਕ ਕਰਨਾ Verse 8 tells us that under Zerubbabel and others the work begins to restore the temple. 8ਵੀਂ ਆਇਤ ਵਿੱਚ ਦੱਸਿਆ ਕਿ ਜ਼ਰੂਬਾਬਲ ਉਹਦੇ ਨਾਲ ਦੇ ਸਾਥੀ ਜਿਹੜੇ ਸੀਗੇ ਉਹਨਾਂ ਨੇ ਕੰਮ ਸ਼ੁਰੂ ਕੀਤਾ Verse 10 tells us that the builders laid the foundation of the temple, and then it tells us there were two groups of people. ਤੇ 7ਵੀਂ ਆਇਤ ਵਿੱਚ ਦੱਸਿਆ ਕਿ ਹਾਂ ਕਿ ਲੋਕੀ ਜਿਹੜੇ ਆਏ ਸੀਗੇ ਉਹਨਾਂ ਨੇ ਨੀਂਹ ਸ਼ੁਰੂ ਕੀਤੀ ਤੇ ਫਿਰ ਅਸੀਂ ਦੂਸਰੇ ਇਹ ਵੀ ਦੇਖਦੇ ਆ ਦੂਸਰੇ ਸੇ ਕਿ ਬਾਕੀ ਹੋਰ ਵੀ ਉੱਥੇ ਲੋਕੀ ਸੀ There was the first group that praised God in verse 11. They gave thanks. It says, for He is good and His mercy endures forever. ਪਹਿਲੀ ਗੱਲ ਅਸੀਂ ਦੇਖਦੇ ਹਾਂ ਕਿ ਉਹ ਲੋਕੀ ਸੀਗੇ 11ਵੀਂ ਆਇਤ ਦੇ ਵਿੱਚ ਜਿਹੜੀ ਕਿ ਪਰਮੇਸ਼ਵਰ ਦੀ ਇਬਾਦਤ ਕਰਦੇ ਸੀ ਉਹਦੀ ਸਤੁਤੀ ਮਹਿਮਾ ਕਰਦੇ ਸੀ ਕਹਿੰਦੇ ਕਿ ਹਾਂ ਕਿ ਉਹਦੀ ਦਇਆ ਜਿਹੜੀ ਹੈਗੀ ਬਹੁਤ ਵੱਡੀ ਹੈ So just think of this. This was a momentous event. They've been in exile for such a long time. ਬਹੁਤ ਚਿਰ ਉਹ ਸੀਰੇ ਦੇ ਵਿੱਚ ਸੀ ਉਹਨਾਂ ਦੇ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਜਿਹੜੇ ਉਹ ਵਾਪਸ ਆਏ ਤੇ ਪਰਮੇਸ਼ਵਰ ਦੀ ਉਪਾਸਨਾ ਕਰ ਸਕੇ ਬਹੁਤ ਵੱਡੀ ਗੱਲ ਸੀ And so they saw the foundation of the temple being laid and they were filled with joy. ਉਹਨਾਂ ਨੇ ਦੇਖਿਆ ਕਿ ਹਾਂ ਕਿ ਜਿਹੜਾ ਹੈਕਲ ਹੈਗੀ ਆ ਉਹਦੀ ਨੀਂਹ ਜਿਹੜੀ ਹੈਗੀ ਆ ਉਹ ਰੱਖੀ ਗਈ ਹੈਗੀ ਆ ਉਹਦੇ ਕਾਰਨ ਉਹਨਾਂ ਦੇ ਦਿਲ ਜਿਹੜੇ ਸੀਗੇ ਪਰਮੇਸ਼ਰ ਦੀ ਸਤੁਤੀ ਦੇ ਨਾਲ ਖੁਸ਼ੀ ਦੇ ਨਾਲ ਭਰ ਗਏ And then in verse 12 we are told there were older people ਫਿਰ ਅਸੀਂ ਦੇਖਦੇ ਹਾਂ ਕਿ 12ਵੀਂ ਆਇਤ ਉੱਥੇ ਬਜ਼ੁਰਗ ਲੋਕ ਸੀਗੇ who remembered the old temple ਉਹ ਪੁਰਾਣੇ ਜਿਹੜਾ ਪੁਰਾਣੀ ਹੈਕਲ ਸੀ ਉਹਨਾਂ ਨੇ ਉਹ ਯਾਦ that ਕਰਦੇ was ਸੀ built under Solomon and it was more grand and they wept. These people wept. ਹਾਂ ਇਹ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੇ ਦੇਖਿਆ ਕਿ ਜਿਹੜਾ ਸੁਲੇਮਾਨ ਨੇ ਹੈਕਲ ਬਣਾਈ ਸੀਗੀ ਮੰਦਰ ਬਣਾਇਆ ਸੀਗਾ ਉਹ ਇਹਦੇ ਨਾਲੋਂ ਬਹੁਤ ਸੁੰਦਰ ਸੀਗਾ ਇਸ ਕਰਕੇ ਉਹਨਾਂ ਨੇ ਯਾਦ ਕੀਤਾ ਤੇ ਦੇਖ ਕੇ ਜਿਹੜਾ ਇਹਨਾਂ ਨੇ ਮੰਦਰ ਬਣਾਇਆ ਹੀ ਨੀਂਹ ਰੱਖੀ ਇਸ ਕਰਕੇ ਉਹ ਰੋਣ ਲੱਗ ਪਏ Because they thought it's not the same. ਉਹਨਾਂ ਨੇ ਸੋਚਿਆ ਕਿ ਉਹੋ ਜਿਹੀ ਗੱਲ ਨਹੀਂ ਬਣਨੀ
For Christians, COVID has been used of God to test our faith. ਵਿਸ਼ਵਾਸੀਆਂ ਦੇ ਲਈ ਪਰਮੇਸ਼ਵਰ ਨੇ ਕਰੋਨਾ ਵਾਇਰਸ ਨੂੰ ਇਸਤੇਮਾਲ ਕੀਤਾ ਹੈ ਕਿ ਸਾਡਾ ਵਿਸ਼ਵਾਸ ਜਿਹੜਾ ਉਹ ਪਰਖਿਆ ਜਾਵੇ It has been used of God to refine us, to sort out the wheat from the chaff. ਪਰਮੇਸ਼ਵਰ ਨੇ ਇਸ ਬਿਮਾਰੀ ਨੂੰ ਇਸਤੇਮਾਲ ਕੀਤਾ ਤਾਂ ਕਿ ਅਸੀਂ ਤਾਏ ਜਾਈਏ ਜਿਹੜੀ ਕਿ ਇੱਕ ਤੂੜੀ ਹੈਗੀ ਹੈ ਕਣਕ ਤੋਂ ਉਹ ਅਲੱਗ ਕੀਤੀ ਜਾਵੇ Maybe to reveal who are true believers, real believers, and who are not. ਹਾਂ ਇਹ ਵੀ ਹੋ ਸਕਦਾ ਕਿ ਪਰਮੇਸ਼ਵਰ ਨੇ ਇਹ ਵੀ ਦਿਖਾਉਣਾ ਹੋਵੇ ਕਿ ਹਾਂ ਕਿ ਸੱਚੇ ਵਿਸ਼ਵਾਸੀ ਕਿਹੜੇ ਆ ਤੇ ਜਿਹੜੇ ਨਹੀਂ ਹੈਗੇ ਉਹ ਵੀ ਦਿਖਾਇਆ ਜਾਵੇ And some who have not been to church may have drifted. ਹੋ ਸਕਦਾ ਕਿ ਬਹੁਤ ਸਾਰੇ ਨਹੀਂ ਮੰਡਲੀ ਚਾਹੇ ਹੈਗੇ ਹੋ ਸਕਦਾ ਕਿ ਹੌਲੀ ਹੌਲੀ ਉਹ ਪਿੱਛੇ ਹੋ ਗਏ ਪਰਮੇਸ਼ਵਰ ਤੋਂ Some may be totally disillusioned. ਹੋ ਸਕਦਾ ਕਈਆਂ ਦੇ ਮਨ ਜਿਹੜੇ ਹੈਗੇ ਉਹ ਉਹਨਾਂ 'ਚ ਫਰਕਾ ਪੈ ਗਿਆ ਹੋਵੇ Some may never come back. ਹੋ ਸਕਦਾ ਕਈ ਮੁੜ ਕੇ ਨਾ ਆਉਣ Because you were never in Christ anyway. ਉਹ ਇਸ ਕਰਕੇ ਆ ਕਿਉਂਕਿ ਪਹਿਲਾਂ ਤੋਂ ਹੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੁਸੀਂ ਨਹੀਂ ਸੀ And the pandemic has exposed this and revealed your heart. ਪਰਮੇਸ਼ਵਰ ਨੇ ਇਸ ਕਰੋਨਾ ਵਾਇਰਸ ਨੂੰ ਇਸਤੇਮਾਲ ਕੀਤਾ ਕਿ ਜੋ ਤੁਹਾਡੇ ਦਿਲ ਦੀ ਹਾਲਤ ਹੈ ਉਹ ਦਿਖਾਈ ਜਾਵੇ Others may be glad to be back. ਹਾਂ ਬਹੁਤ ਸਾਰੇ ਹੈਗੇ ਜਿਹੜੇ ਕਿ ਖੁਸ਼ ਹੈਗੇ ਕਿ ਹਾਂ ਕਿ ਅਸੀਂ ਮੰਡਲੀ ਦੇ ਵਿੱਚ ਆਏ ਹਾਂ Others may weep because they say it's not the same. ਹੋ ਸਕਦਾ ਕਿ ਕਈ ਰੋਂਦੇ ਹੋਣ ਕਿ ਹਾਂ ਕਿ ਉਹ ਪਹਿਲਾਂ ਵਰਗਾ ਨਹੀਂ ਹੈ ਮੰਡਲੀ There are restrictions. ਹਾਂ ਕਿ ਬਹੁਤ ਸਾਰੀਆਂ ਪਾਬੰਦੀਆਂ ਹਨ Not as many are coming. ਬਹੁਤ ਸਾਰੇ ਨਹੀਂ ਆ ਰਹੇ We can't fellowship. ਅਸੀਂ ਇੱਕ ਦੂਸਰੇ ਨਾਲ ਸੰਗਤ ਨਹੀਂ ਕਰ ਸਕਦੇ Others may look back at the glory days. ਹਾਂ ਹੋ ਸਕਦਾ ਕਿ ਬਹੁਤ ਸਾਰੇ ਪਹਿਲਾਂ ਪਿੱਛੇ ਮੁੜ ਕੇ ਦੇਖਣ ਹਾਂ ਕਿ ਪਹਿਲਾਂ ਕਿੰਨੇ ਉਹ ਤੇਜ ਵਾਲੇ ਦਿਨ ਸੀਗੇ ਮਹਿਮਾ ਵਾਲੇ ਦਿਨ ਸੀਗੇ Glory days are a myth. They never existed. ਖੁਸ਼ੀ ਵਾਲੇ ਦਿਨ ਜਿਹੜੇ ਸੀਗੇ ਅਸੀਂ ਯਾਦ ਕਰਦੇ ਹੈਗੇ ਪਹਿਲਾਂ ਇੰਨੀ ਖੁਸ਼ੀ ਸੀਗੀ ਆਉਣ ਦੇ ਵਿੱਚ ਉਹ ਪਹਿਲਾਂ ਹੈ ਹੀ ਨਹੀਂ ਸੀਗੀ ਜੇ ਅਸੀਂ ਯਾਦ ਰੱਖਦੇ Even then, you know, we say back, oh, that was a good era. Back in the 70s, the 80s, the 90s, the whatever era, we say, oh yeah, those were the days of God's blessing. ਬਹੁਤ ਸਾਰੇ ਲੋਕੀ ਕਹਿੰਦੇ ਹੈਗੇ ਆ ਕਿ ਹੋ ਸਕਦਾ ਕਿ 1970 ਤੋਂ ਲੈ ਕੇ 1980 ਤਾਈਂ 80 ਤੋਂ ਲੈ ਕੇ 90 ਤੱਕ ਕਹਿੰਦੇ ਹੈਗੇ ਉਹ ਪੁਰਾਣੇ ਦਿਨ ਬਹੁਤ ਚੰਗੇ ਹੁੰਦੇ ਸੀਗੇ ਉਹ ਚੰਗੇ ਕਿੱਦਾਂ ਹੋਣਗੇ ਉਹ ਅੱਜ ਕੱਲ ਦੇ ਹਾਲਤਾਂ ਦੇ ਵਿੱਚ ਵੀ ਤੇ ਉਦੋਂ ਵੀ ਉਹੀ ਹਾਲਤਾਂ ਸੀਗੀਆਂ People say something like this, oh, you know, in my days it was like this and it used to be like that and it was so good and God was blessing and so on. And when we go on, ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਉਹ ਦਿਨ ਜਿਹੜੇ ਸੀਗੇ ਉਹ ਮੇਰੇ ਜਵਾਨੀ ਦੇ ਦਿਨ ਸੀਗੇ ਉਦੋਂ ਬਹੁਤ ਖੁਸ਼ੀਆਂ ਆਨੰਦ ਹੁੰਦੇ ਸੀਗੇ ਮੰਡੀ ਦੇ ਵਿੱਚ ਆਉਂਦੇ ਸੀਗੇ ਉਦੋਂ ਬਹੁਤ ਖੁਸ਼ੀਆਂ ਹੁੰਦੀਆਂ ਸੀਗੀਆਂ ਉਹ ਮੇਰੇ ਦਿਨ ਸੀਗੇ ਭਾਵੇਂ ਅਸੀਂ ਜਿੱਦਾਂ ਅਸੀਂ ਕਹੀਏ ਅਸੀਂ ਕਹਿ ਸਕਦੇ ਹਾਂ ਇਸ ਤਰ੍ਹਾਂ but you know, ਕੀ ਤੁਸੀਂ you ਜਾਣਦੇ were a bigger sinner then that you are now. ਉਸ ਵੇਲੇ ਵੀ ਤੁਸੀਂ ਵੱਡੇ ਪਾਪੀ ਸੀ ਇਸ ਨਾਲੋਂ ਵੀ ਹੁਣ Because ਦੇ you were ਵੇਲੇ less ਨਾਲੋਂ mature. ਤੁਹਾਡੇ 'ਚ ਇੰਨੀ ਉન્નਤੀ ਨਹੀਂ ਸੀ ਹੋਈ Yes, praise God for the past. ਹਾਂ ਜ਼ਰੂਰ ਹੈ ਕਿ ਪਰਮੇਸ਼ਰ ਦਾ ਧੰਨਵਾਦ ਕਰੀਏ ਕਿ ਜਿਹੜਾ ਸਮਾਂ ਬੀਤ ਗਿਆ ਉਹਦੇ ਵਿੱਚ ਉਹਨੇ ਸਾਨੂੰ ਸੰਭਾਲ ਕੇ ਰੱਖਿਆ But don't glory in it. ਉਹਦੇ ਵਿੱਚ ਤੁਸੀਂ ਮਹਿਮਾ ਨਾ ਰੱਖੋ ਪਿੱਛੇ ਮੁੜ ਕੇ ਨਾ ਦੇਖੀ ਜਾਓ Move on. ਅਗਾਂਹ ਨੂੰ ਵਧੋ Realize as with Israel, ਇਸੇ ਤਰ੍ਹਾਂ ਇਹਨੂੰ ਇਸ ਗੱਲ ਨੂੰ ਪਛਾਣ ਲਓ ਕਿ ਜਿਸ ਤਰ੍ਹਾਂ ਇਜ਼ਰਾਈਲ ਦੇ ਨਾਲ ਹੋਇਆ ਸੀ God may be doing a new thing. ਹੋ ਸਕਦਾ ਕਿ ਪਰਮੇਸ਼ਵਰ ਨਵਾਂ ਕੰਮ ਕਰ ਰਿਹਾ ਹੋਵੇ And if we don't see that, we will miss out on God's blessing because we live in the past. ਹੋ ਸਕਦਾ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਰਹਿ ਜਾਈਏ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਹੀ ਵੱਜੇ ਹੋਏ ਹੈਗੇ ਅਸੀਂ ਗਾਂ ਨੂੰ ਨਹੀਂ ਦੇਖਦੇ So let restitution begin. ਅਸੀਂ ਆਪਣੇ ਜੀਵਨ ਨੂੰ ਸੁਧਾਰਨਾ ਸ਼ੁਰੂ ਕਰੀਏ Come out of exile. ਅਸੀਰੀ ਦੇ ਵਿੱਚੋਂ ਨਿਕਲੀਏ Yes, there are some of you who are very elderly, very vulnerable. We understand at the moment if you can't come. ਹਾਂ ਜ਼ਰੂਰ ਹੈ ਕਿ ਅਸੀਂ ਸਮਝਦੇ ਹਾਂ ਕਿ ਤੁਸੀਂ ਸਿਆਣੇ ਆ ਬਿਮਾਰੀਆਂ ਹੈਗੀਆਂ ਲੱਗੀਆਂ ਹੋਈਆਂ ਹੋ ਸਕਦਾ ਤੁਹਾਨੂੰ ਮੁਸ਼ਕਲ ਹੋਵੇ ਆਉਣ ਤੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ But the vast majority of people now have been vaccinated it's safe at the moment. ਬਹੁਤ ਸਾਰੇ ਲੋਕਾਂ ਦੇ ਨੂੰ ਟੀਕੇ ਦਵਾਈ ਦੇ ਲੱਗ ਚੁੱਕੇ ਹੈਗੇ ਆ ਲੋਕੀ ਸੁਰੱਖਿਆ ਦੇ ਵਿੱਚ ਵੜ ਰਹੇ ਹੈਗੇ ਆ ਰਹੇ ਹੈਗੇ ਆ ਬਹੁਤ ਸਾਰੇ ਜਿਹੜੇ ਲੋਕੀ ਜਿਹੜੇ ਹੈਗੇ ਆ ਉਹ ਬਚ ਰਹੇ ਹੈਗੇ ਆ Death rates have been brought under control. ਜਿਹੜੀਆਂ ਮੌਤਾਂ ਇਸ ਬਿਮਾਰੀ ਦੇ ਕਾਰਨ ਹੁੰਦੀਆਂ ਉਹ ਵੀ ਕਾਬੂ ਦੇ ਵਿੱਚ ਆ ਗਈਆਂ And it's time to come back. ਹੁਣ ਸਮਾਂ ਹੈ ਕਿ ਅਸੀਂ ਬਾਹਰ ਨਿਕਲੀਏ ਅਸੀਰੀ ਚੋਂ The pandemic has tested us. ਇਹ ਜਿਹੜੀ ਬਿਮਾਰੀ ਆਈ ਸੀਗੀ ਇਹਨੇ ਸਾਨੂੰ ਹੱਦ ਤੱਕ ਪਰਖਿਆ ਹੈ
Are we real believers? ਕੀ ਅਸੀਂ ਅਸਲੀ ਵਿਸ਼ਵਾਸੀ ਹਾਂ Or were we just fakes? ਕੀ ਜਾਂ ਕੇ ਅਸੀਂ ਬਨੌਟੀ ਸੀ Will you come back? ਕੀ ਤੁਸੀਂ ਵਾਪਸ ਆਉਂਗੇ Will you drift? ਕੀ ਜਾਂ ਕੇ ਤੁਸੀਂ ਵਿਛੜ ਜਾਓਗੇ Will you fall away? Will you be lost? ਕੀ ਤੁਸੀਂ ਗਵਾ ਜਾਓਗੇ ਪਿੱਛੇ ਮੁੜ ਜਾਓਗੇ Are you wheat or are you chaff? ਕੀ ਤੁਸੀਂ ਅਸਲੀ ਕਣਕ ਹੋ ਜਾਂ ਕਿ ਤੁਸੀਂ ਤੂੜੀ ਹੋ Make Christ your priority. Make holiness your goal. ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚ ਨਿਸ਼ਾਨਾ ਬਜਾਓ ਕਿ ਮੈਂ ਪਵਿੱਤਰ ਹੋਣਾ ਮਸੀਹ ਨੂੰ ਪਹਿਲ ਦੇਣੀ ਸ਼ੁਰੂ And ਕਰੋ realize that God may be doing a new thing amongst us. ਇਹ ਜਾਣ ਲਓ ਕਿ ਹਾਂ ਕਿ ਪਰਮੇਸ਼ਵਰ ਸਾਡੇ ਜੀਵਨਾਂ 'ਚ ਨਵਾਂ ਕੰਮ ਕਰ ਰਿਹਾ ਹੈ So firstly, ਪਹਿਲੀ ਗੱਲ right priorities. ਪਹਿਲ ਕਿਹਨੂੰ ਦੇਣੀ ਹੈ Restitution begins. ਹਾਂ ਕਿ ਜਿਹੜੇ ਕਿ ਆਪਣੇ ਜੀਵਨ ਨੂੰ ਸੁਧਾਰਨਾ ਉਹ ਸ਼ੁਰੂ ਹੋ ਜਾਵੇ Finally, very briefly, resistance occurs. ਹਾਂ ਕਿ ਜਿਹੜਾ ਕਿ ਸਾਹਮਣਾ ਹੋਇਆ ਇਹ ਥੋੜੇ ਲਫ਼ਜ਼ਾਂ ਦੇਖਾਂਗੇ In chapter 4, verse 1, ਚੌਥਾ ਅਧਿਆਇ ਪਹਿਲੀ it ਆਇਤ tells us that the enemies of the Jews heard that they were building the temple. ਯਹੂਦੀਆਂ ਦੇ ਜਿਹੜੇ ਦੁਸ਼ਮਣ ਸੀ ਉਹਨਾਂ ਨੇ ਸੁਣਿਆ ਕਿ ਹਾਂ ਕਿ ਯਰੂਸ਼ਲਮ ਦੇ ਵਿੱਚ ਹੈਕਲ ਬਣਾ ਰਹੇ ਹਨ Verse 2 tells us they came to Zerubbabel and said, look, can we help? ਤੇ ਜ਼ਰੂਬਾਬਲ ਤੇ ਉਹਦੇ ਹੋਰ ਜਿਹੜੇ ਮਿੱਤਰ ਸੀਗੇ ਉਹ ਆਏ ਆ ਕੇ ਕਹਿ ਕੇ ਅਸੀਂ ਤੁਹਾਡੀ ਮਦਦ ਕਰੀਏ In verse 3, Zerubbabel refuses because they were not God's people. ਜ਼ਰੂਬਾਬਲ ਨੇ ਜਦੋਂ ਉਹਨਾਂ ਦਾ ਇਨਕਾਰ ਕੀਤਾ ਕਿਉਂਕਿ ਉਹ ਪਰਮੇਸ਼ਰ ਦੇ ਲੋਕ ਨਹੀਂ ਸੀ These were Samaritans. ਸੋ ਸਾਮਰੀ ਲੋਕ ਸੀਗੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਨਹੀਂ ਹੱਥ ਦੇ ਵਿੱਚ These ਕੰਮ ਦੇ were ਵਿੱਚ ਲਾਉਣਾ people brought into Israel. ਉਹ ਬਾਹਰਲੀ ਕੌਮਾਂ ਦੇ ਲੋਕ ਸੀਗੇ ਜਿਹੜੇ ਇਜ਼ਰਾਈਲ ਦੇ ਵਿੱਚ ਆ ਚੁੱਕੇ ਸੀਗੇ ਉਹਨਾਂ ਨੂੰ ਜ਼ਰੂਬਾਬਲ ਨੇ ਨਾ ਕੀਤੀ ਕਿ ਤੁਹਾਡਾ ਹਿੱਸਾ ਨਹੀਂ ਹੋਣਾ Who started practicing a corrupt form of worship of the true God. ਕਿਉਂਕਿ ਇਹਨਾਂ ਲੋਕਾਂ ਨੇ ਸੱਚੇ ਪਰਮੇਸ਼ਰ ਨੂੰ ਛੱਡ ਕੇ ਝੂਠੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ ਸੀ And so because they couldn't help, ਉਹ ਮਦਦ ਨਾ ਕਰਨ ਦੇ ਕਾਰਨ verse 4 tells us ਚੌਥੀ ਆਇਤ ਸਾਨੂੰ ਦੱਸਦੀ that they tried to discourage the people of Judah and they troubled the building of the temple. ਉਹਨਾਂ ਨੇ ਜਾ ਕੇ ਯਹੂਦਾ ਦੇ ਲੋਕਾਂ ਨੂੰ ਉਹਨਾਂ ਨੇ ਭੜਕਾਇਆ ਤਾਂ ਕਿ ਉਹ ਜਿਹੜੇ ਹੈਕਲ ਨੂੰ ਬਣਾਉਂਦੇ ਸੀ ਉਹਨਾਂ ਦੇ ਵਿੱਚ ਮੁਸ਼ਕਲ ਪੈਦਾ ਕਰਨ And they sent letters to the Persian rulers. And verse 24 of chapter 4 tells us that the work discontinued. ਤੇ ਉਹ ਦੱਸਦੇ ਆ ਕਿ ਉਹਨਾਂ ਨੇ ਫਾਰਸ ਦੇ ਲੋਕਾਂ ਨੂੰ ਉਹਨਾਂ ਨੇ ਖਤ ਭੇਜਿਆ ਤੇ ਉਹ ਆ ਕੇ ਉੱਥੋਂ ਬਾਅਦ ਦੇ ਵਿੱਚ ਦੇਖਦੇ ਆ ਕਿ 24 ਆਇਤ ਦੇ ਵਿੱਚ ਉਹ ਜਿਹੜਾ ਕੰਮ ਸੀਗਾ ਹੈਕਲ ਬਣਾਉਣ ਦਾ ਉਹ ਬੰਦ ਹੋ ਗਿਆ And this discontinued for something like 15 years. 15 ਸਾਲ ਇਹ ਕੰਮ ਬੰਦ ਰਿਹਾ And chapter 5 tells us, verse 1, that God raised the prophet Haggai and Zechariah to stir up the people to start again. ਪੰਜਵਾਂ ਅਧਿਆਇ ਪਹਿਲੀ ਆਇਤ ਵਿੱਚ ਦੱਸਿਆ ਕਿ ਹਜ਼ਕਾਇਆ ਤੇ ਜ਼ਕਰਿਆ ਜਿਹੜੇ ਆ ਇਹ ਨਵੀਂ ਪਰਮੇਸ਼ਰ ਨੇ ਖੜੇ ਕੀਤੇ ਤਾਂ ਕਿ ਲੋਕਾਂ ਦੇ ਦਿਲਾਂ ਨੂੰ ਉਹ ਹੁਸ਼ਿਆਰ ਕਰਨ ਤਾਂ ਕਿ ਜਿਹੜਾ ਪਰਮੇਸ਼ਰ ਦੀ ਹੈਕਲ ਬਣਾਉਣ ਦਾ ਕੰਮ ਹੈ ਉਹ ਸ਼ੁਰੂ ਹੋ ਜਾਵੇ We are now building the church of Jesus Christ. ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਮੰਡਲੀ ਨੂੰ ਬਣਾ ਰਹੇ ਹਾਂ That's the work of Christians to see people saved, coming to Christ, joining the church, the people of God. ਇਹ ਪਰਮੇਸ਼ਵਰ ਦੇ ਲੋਕਾਂ ਦਾ ਕੰਮ ਹੈ ਵਿਸ਼ਵਾਸੀਆਂ ਦਾ ਕੰਮ ਹੈ ਤਾਂ ਕਿ ਉਹ ਲੋਕਾਂ ਤਾਈਂ ਖੁਸ਼ਖਬਰੀ ਪਹੁੰਚਾਉਣ ਲੋਕੀ ਬਚਾਏ ਜਾਣ ਮੰਡਲੀ ਦੇ ਵਿੱਚ ਆਉਣ ਤਾਂ ਪਰਮੇਸ਼ਵਰ ਦਾ ਕੰਮ ਜਿਹੜਾ ਹੈਗਾ ਉਹ ਵਧੇ And only God's people can do God's work. ਪਰਮੇਸ਼ਵਰ ਦੇ ਲੋਕ ਹੀ ਹੈ ਜਿਹੜੇ ਪਰਮੇਸ਼ਵਰ ਦਾ ਕੰਮ ਕਰ ਸਕਦੇ ਹਨ Not unbelievers ਅਨਵਿਸ਼ਵਾਸੀ ਨਹੀਂ ਕਰ ਸਕਦੇ who do not know God. ਜਿਹੜੇ ਪਰਮੇਸ਼ਵਰ ਨੂੰ ਜਾਣਦੇ ਨਹੀਂ Very quickly, when I first came here, ਪਹਿਲੀ ਜਲਦੀ ਵੱਲ ਦੱਸੂਗਾ ਜਦੋਂ ਪਹਿਲਾਂ ਮੈਂ ਆਇਆ one sister came up to me ਕੋਈ ਇਹਦੇ ਕੋਲ ਆਏ and said, look, my son, could he play an instrument? ਉਹਨੇ ਆ ਕੇ ਕਿਹਾ ਕਿ ਮੇਰਾ ਪੁੱਤਰ ਕੋਈ ਬਾਜਾ ਵਜਾ ਸਕਦਾ ਸਾਜ਼ ਵਜਾ ਸਕਦਾ He wasn't coming to church. He wasn't a Christian. ਉਹ ਵਿਸ਼ਵਾਸੀ ਨਹੀਂ ਸੀ ਉਹ ਮੰਡਲੀ ਚ ਆਉਂਦਾ ਨਹੀਂ ਸੀ He didn't live like a Christian. ਉਹ ਵਿਸ਼ਵਾਸੀ ਜੀਵਨ ਗੁਜ਼ਾਰ ਨਹੀਂ ਸੀ ਰਿਹਾ I said, no. ਤੇ ਭਾਈ ਨੇ You ਨਾ ਕੀਤੀ cannot serve Christ until you know Christ. ਮਸੀਹ ਦੀ ਸੇਵਾ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਮਸੀਹ ਨੂੰ ਨਾ ਜਾਣੋ And she said, oh, it'll make him come. ਤੇ ਇਹ ਉਹ ਸਾਜ਼ ਵਜਾਉਣ ਲੱਗ ਪਏ ਤੇ ਉਹ ਮੰਡਲੀ ਚ ਆਉਣ ਲੱਗ ਪੈਣਾ I said, no. ਤੇ ਨਾ ਕੀਤੀ Brother, sister, this is a recipe for disaster. ਇਹੋ ਜਿਹੇ ਲੋਕੀ ਜਿਸ ਵੇਲੇ ਮੰਡਲੀ ਚ ਆਉਂਦੇ ਆ ਫਿਰ ਬਰਬਾਦੀ ਹੁੰਦੀ ਹੈ This is how churches become nominal churches. ਇਹੋ ਜਿਹੇ ਕੰਮਾਂ ਦੇ ਕਾਰਨ ਜਿਹੜੀਆਂ ਮੰਡਲੀਆਂ ਪ੍ਰਭੂ ਦੀਆਂ ਸੱਚੀ ਹੁੰਦੀਆਂ ਹੈਗੀਆਂ ਉਹ ਨਾਂ ਦੀਆਂ ਬਣ It's when ਜਾਂਦੀਆਂ we allow non-believers, even those who come to church who are not saved, not born again, to Non- start doing things as if they're believers.
ਨਾਂ ਦੇ ਈਸਾਈ ਦੇ ਕਰਕੇ ਉਹ ਆਉਂਦੇ ਆ, ਕੰਮ ਸ਼ੁਰੂ ਕਰ ਦਿੰਦੇ ਹੈਗੇ ਤੇ ਕਹਿੰਦੇ ਹੈਗੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਉਂਦੇ ਆ, ਉਹਦੀ ਸੇਵਾ ਕਰਦੇ ਆ। ਇਸ ਤੋਂ ਉਹ ਪ੍ਰਭੂ ਨੂੰ ਜਾਣਦੇ ਹੁੰਦੇ ਨਹੀਂ, ਪਰ ਉਹਦਾ ਕੰਮ ਸ਼ੁਰੂ ਕਰ ਦਿੰਦੇ ਆ, ਬਰਬਾਦੀ ਸ਼ੁਰੂ ਹੋ ਜਾਂਦੀ। And I know people who do things in churches that they're not believers, and they go out and they're on drugs and they smoke and do all sorts of things, and people say, oh, is this what Christianity about? ਤੇ ਮੈਂ ਵਿਸ਼ਵਾਸੀਆਂ ਕਈਆਂ ਨੂੰ ਜਾਣਦਾ ਹੈਗਾ ਜਿਹੜੇ ਆਪਣੇ ਆਪ ਨੂੰ ਵਿਸ਼ਵਾਸੀ ਕਹਾਉਂਦੇ ਹਨ, ਮੰਡਲੀ ਦੇ ਵਿੱਚ ਆ ਕੇ ਸੇਵਾ ਕਰਦੇ ਹਨ, ਜਦੋਂ ਉਹ ਬਾਹਰ ਜਾਂਦੇ ਹਨ ਉਹ ਨਸ਼ਿਆਂ 'ਚ ਲੱਗੇ ਹੁੰਦੇ ਹੈਗੇ ਤੇ ਉਹ ਲੋਕੀ ਉਹਨਾਂ ਨੂੰ ਦੇਖ ਕੇ ਕਹਿੰਦੇ ਆ ਕਿ ਮਸੀਹਾਪਨ ਇਹੋ ਜਿਹਾ ਹੈ। And Satan can use these people. ਸ਼ੈਤਾਨ ਜਿਹੜਾ ਹੈਗਾ ਇਹੋ ਜਿਹੇ ਲੋਕਾਂ ਨੂੰ ਇਸਤੇਮਾਲ ਕਰ ਸਕਦਾ। Even if they're good people, they're not regenerate, they're not born again, they're not saved, they don't have the mind of Christ. ਭਾਵੇਂ ਉਹ ਚੰਗੇ ਵਿਸ਼ਵਾਸੀ ਇਨਸਾਨ ਹੋਣ, ਪਰਮੇਸ਼ਵਰ ਨੂੰ ਵਿਸ਼ਵਾਸ ਨਾ ਕਰਦੇ ਹੋਣ, ਪਰ ਫਿਰ ਵੀ ਉਹ ਆ ਕੇ ਸੇਵਾ ਕਰਕੇ ਕਰ ਸਕਦੇ ਤੇ ਕਹਿ ਸਕਦੇ ਅਸੀਂ ਵਿਸ਼ਵਾਸੀ ਹਾਂ। And like the Samaritans, they can spiritually hinder the work. ਇਹ ਜਿਹੜੇ ਸਾਮਰੀ ਲੋਕ ਆਏ ਸੀ ਸੇਵਾ ਕਰਨ ਦੇ ਲਈ, ਉਹਨਾਂ ਨੇ ਕਿਹਾ ਕਿ ਅਸੀਂ ਮਦਦ ਕਰੀਏ, ਇਹਨਾਂ ਨੇ ਰੁਕਾਵਟ ਪਾਉਣੀ ਸੀ। But if we are believers, ਜੇ ਅਸੀਂ ਵਿਸ਼ਵਾਸੀ ਹਾਂ, get your priorities right. ਹਾਂ ਜ਼ਰੂਰ ਹੈ ਕਿ ਪਹਿਲ ਕਿਹਨੂੰ ਦੇਣੀ ਹੈ, ਇਹ ਅਸੀਂ ਪਹਿਲਾਂ Put Christ first. Come out of exile. ਪਹਿਲ ਅਸੀਂ ਇਹ ਕਰੀਏ ਕਿ ਹਾਂ ਕਿ ਅਸੀਂ ਅਸੀਰੀ ਦੇ ਵਿੱਚੋਂ ਜਿੰਦਰੇ ਅੰਦਰੋਂ ਜਿਹੜੇ ਘਰ 'ਚ ਬੈਠੇ ਆ ਉਹ ਚੋਂ ਨਿਕਲ ਕੇ ਮੰਡਲੀ ਚਾਹੀਏ। Let restitution begin. ਫਿਰ ਜੋ ਸਧਾਰਨ ਹੈ ਉਹ ਸ਼ੁਰੂ ਹੋਵੇਗਾ। Come back to the real thing, not virtual thing. ਇਹ ਨਹੀਂ ਕਿ ਅਸੀਂ ਜੋ ਅੱਖਾਂ ਨਾਲ ਦੇਖ ਕੇ ਹੈਗੇ ਸਕਰੀਨਾਂ ਦੇ ਉੱਤੇ ਕਰਦੇ ਹੈਗੇ ਆ, ਉਸ ਤੋਂ ਨਿਕਲ ਕੇ ਬਨੌਟੀਪੁਣੇ ਚੋਂ ਨਿਕਲ ਕੇ ਅਸਲੀਅਤ ਦੇ ਵਿੱਚ ਆਈਏ, Maybe ਜੋ we've ਅਸਲੀ ਚੀਜ਼ become ਹੈ। too comfortable. ਅਸੀਂ ਘਰਾਂ ਦੇ ਵਿੱਚ ਆਰਾਮ ਦੇ ਵਿੱਚ ਬੈਠਣਾ ਗਿੱਝ ਗਏ ਹਾਂ। Come back. ਬਾਹਰ ਆ ਜਾਓ, ਨਿਕਲੋ ਮੰਡਲੀ ਚ ਆਓ। Build the work of God. ਆ ਕੇ ਮੰਡਲੀ ਦੇ ਵਿੱਚ ਪਰਮੇਸ਼ਰ ਦਾ ਜੋ ਕੰਮ ਹੈ ਉਹਨੂੰ ਸ਼ੁਰੂ ਕਰੋ। As a collective people. ਇਕੱਠੇ ਹੋ ਕੇ ਏਕਤਾ ਦੇ ਵਿੱਚ ਹੋ ਕੇ ਕੰਮ ਕਰੀਏ। As one man. ਇੱਕ ਮਨੁੱਖ ਬਣ ਕੇ। We are more effective than collectively as one man than we are on our own. ਜੇ ਅਸੀਂ ਇਕੱਲੇ ਕਰੀਏ ਤਾਂ ਕੁਝ ਨਹੀਂ ਹੋਣਾ ਹੈਗਾ। ਜੇ ਅਸੀਂ ਸਾਰੇ ਦੇ ਸਾਰੇ ਏਕਤਾ ਦੇ ਵਿੱਚ ਹੋ ਕੇ ਕਰੀਏ, ਇਕੱਲੇ ਨਾਲੋਂ ਬਿਹਤਰ ਹੈ ਤਾਂ ਕਿ ਪਰਮੇਸ਼ਰ ਦਾ ਕੰਮ ਜੋ ਹੈ ਉਹ ਅੱਗੇ ਵੱਧ ਸਕੇ। Hindrances will come. ਹਾਂ ਜ਼ਰੂਰ ਰੁਕਾਵਟਾਂ ਆਉਣਗੀਆਂ, but Christ will build his church. ਪਰ ਪ੍ਰਭੂ ਯਿਸੂ ਮਸੀਹ ਆਪਣੀ ਮੰਡਲੀ ਬਣਾਵੇਗਾ। Amen. ਆਮੇਨ। We will now have our closing hymn. ਅਸੀਂ ਆਪਣਾ ਗੀਤ ਗਾਵਾਂਗੇ ਮੀਟਿੰਗ ਬੰਦ ਕਰਨ ਤੋਂ ਪਹਿਲਾਂ। ਤੂੰ ਆਕੇ ਮੇਰੀ ਜੰਮ ਪਾਰ ਖੁਦਾ ਹੈ, ਤੇ ਉਸ ਦਾ ਨਾਮ ਹੀ ਪਵਿੱਤ ਸਦਾ ਹੈ। ਤੂੰ ਆ ਮੇਰੀ ਜਾਨ, ਕਦੀ ਵੀ ਨਾ ਭੁੱਲ ਬਖਸ਼ ਚਾਹੋ ਦਿਆਂ। ਤੂੰ ਕਹਿ ਮੇਰੀ ਬ੍ਰਹਮ ਦਾ ਖੁਦਾ ਹੈ, ਤੂੰ ਆ ਮੇਰੀ ਜਾਨ। ਤੇਰੇ ਸਾਰੇ ਪਾਪਾਂ ਉਹ ਹੈ ਮਿਟਾਉਂਦਾ, ਤੈਨੂੰ ਸਾਰੇ ਰੋਗਾਂ ਤੋਂ ਦੇ ਬਖਸ਼ਦਾ ਹੈ। ਤੂੰ ਆ ਮੇਰੀ ਜਾਨ, ਤੇਰੀ ਜਾਨ ਨੂੰ ਮੌਤ ਤੋਂ ਬਚਾਉਂਦਾ, ਤੈਨੂੰ ਕਾਜ ਰਹਿਮਤ ਦਾ ਕਰਦਾ ਹੈ। ਤੂੰ ਆ ਮੇਰੀ ਜਾਨ, ਤੈਨੂੰ ਦੰਦੀਆਂ ਚੀਜ਼ਾਂ ਨਾਲ ਉਹ ਹੈ ਰਜਾਉਂਦਾ, ਮੇਰੀ ਉਮਰ ਨੂੰ ਉਹ ਖੁਸ਼ੀ ਬਖਸ਼ਦਾ ਹੈ। ਤੂੰ ਆ ਮੇਰੀ ਜਾਨ, ਤੂੰ ਕਾਬਾਂ ਦੇ ਵਾਂਗ ਤੈਨੂੰ ਦੁਰ ਦੇ ਕੇ, ਉਹ ਤੇਰੀ ਜਵਾਨੀ ਨੂੰ ਕਰਦਾ ਨਵਾਂ ਹੈ। ਤੂੰ ਆ ਮੇਰੀ ਜਾਨ, ਆ ਸਭ ਦੁਨੀਆਂ
Let's now close in prayer. ਪ੍ਰਾਰਥਨਾ ਦੇ ਵਿੱਚ ਅਸੀਂ ਮੀਟਿੰਗ ਬੰਦ ਕਰੀਏ। Mighty God in heaven, ਸਵਰਗੀ ਪਰਮੇਸ਼ਵਰ, you are the God who keeps his promises. ਤੂੰ ਉਹ ਪਰਮੇਸ਼ਵਰ ਹੈ ਜਿਹੜਾ ਕਿ ਆਪਣੇ ਵਾਅਦੇ ਪੂਰੇ ਕਰਦਾ ਹੈ। You are the God of restoration. ਤੂੰ ਉਹ ਪਰਮੇਸ਼ਵਰ ਹੈ ਜਿਹੜਾ ਕਿ ਸਭ ਕੁਝ ਸੁਧਾਰਦਾ ਹੈ। You are the God, Lord, who keeps his people. ਤੂੰ ਉਹ ਪਰਮੇਸ਼ਵਰ ਹੈ ਕਿ ਜਿਹੜੇ ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖਦਾ। You are the God who is in control. ਤੂੰ ਉਹ ਪਰਮੇਸ਼ਵਰ ਹੈ ਜਿਹਦੇ ਹੱਥ ਵਿੱਚ ਸਭ ਕੁਝ ਕਾਬੂ ਹੈ। The God who has his purposes in all things, even in pandemics, ਇਸ ਬਿਮਾਰੀ ਦੇ ਵਿੱਚ, ਆਪਣੇ ਇਰਾਦਿਆਂ ਦੇ ਵਿੱਚ, ਸਭ ਕਾਸੇ ਦੇ ਵਿੱਚ ਪ੍ਰਭੂ ਤੂੰ ਕੰਮ ਕਰਦਾ ਹੈ। to refine, to shape your people. ਆਪਣੇ ਲੋਕਾਂ ਦੇ ਵਿੱਚ ਤੂੰ ਉਹਨਾਂ ਨੂੰ ਤਾੜ ਰਿਹਾ ਹੈਗਾ ਆ, ਆਪਣੇ ਲੋਕਾਂ ਨੂੰ ਬਣਾ ਰਿਹਾ ਹੈਗਾ ਆਪਣੇ ਵਰਗੇ। So Father, bless us ਪ੍ਰਭੂ ਸਾਨੂੰ ਬਰਕਤ ਦੇ, and help us ਸਾਡੀ ਮਦਦ ਕਰ ਪ੍ਰਭੂ। now to come out of our lockdown, ਇਹਦੇ ਵਿੱਚ ਵੀ ਮਦਦ ਕਰਕੇ ਹਾਂ ਕਿ ਅਸੀਂ ਜਿੰਦੇ ਅੰਦਰੋਂ ਨਿਕਲ ਆ ਸਕੀਏ, out of our exile, ਅਸੀਂ ਆਪਣੀ ਅਸੀਰੀ ਚੋਂ ਨਿਕਲ ਸਕੀਏ, that Lord, we may put you first in our lives. ਤਾਂ ਕਿ ਅਸੀਂ ਪ੍ਰਭੂ ਤੈਨੂੰ ਪਹਿਲ ਦੇ ਸਕੀਏ ਆਪਣੇ ਜੀਵਨਾਂ 'ਚ। In Jesus' name, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, amen. ਆਮੇਨ। Thank you for listening to this message. For further information, visit www.emmanuelhansworth.org.uk.